Hello everyone, good afternoon, welcome to ਸਾਵਲ ਕਲਾਸਿਸ। ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਵਲ ਕਲਾਸਿਸ ਦੇ ਵਿੱਚ ਸੀਟੈਟ ਦੇ ਹਰੇਕ ਪੇਪਰ ਦੀ ਜੋ ਵਿਸ਼ਾਵਾਰ ਜਿਵੇਂ ਕਿ ਪੇਪਰ ਦੀ ਜਿਹੜੀ ਹੈ ਉਹ ਡਿਸਕਸ਼ਨ ਲੈਕਚਰ ਦੇ ਰੂਪ ਵਿੱਚ ਡਿਸਕਸ ਕਰਦੇ ਹਾਂ ਆਪਾਂ। ਤਾਂ ਇਸ ਤੋਂ ਪਹਿਲਾਂ ਵੀ ਆਪਾਂ 2019 ਦੇ ਜਿਹੜੇ ਹੈ ਫਸਟ ਪੇਪਰ ਤੇ ਸੈਕੰਡ ਪੇਪਰ ਦੇ ਬਾਰੇ ਆਪਾਂ ਚਰਚਾ ਕਰ ਚੁੱਕੇ ਹਾਂ। ਠੀਕ ਹੈ, ਅੱਜ ਦਾ ਜਿਹੜਾ ਪੇਪਰ ਹੈ ਜੀ ਉਹ 6ਵਾਂ ਪੇਪਰ ਡਿਸਕਸ ਕਰਨ ਜਾ ਰਹੇ ਹਾਂ ਜੀ ਆਪਾਂ। ਸੀਟੈਟ ਪੇਪਰ ਅੱਜ ਦਾ ਜਿਹੜਾ ਹੈ ਜੀ ਜੁਲਾਈ 2019 ਦਾ ਪੇਪਰ ਫਸਟ ਤੇ ਲੈਂਗੁਏਜ ਜਿਹੜੀ ਹੈ ਜੀ ਉਹ ਸੈਕੰਡ ਲੈਂਗੁਏਜ ਹੈ। ਠੀਕ ਹੈ, ਇਹ ਪੇਪਰ ਜਿਹੜਾ ਹੈ ਜੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ। ਤਾਂ ਆਓ ਫਿਰ ਆਪਾਂ ਪੇਪਰ ਪੜ੍ਹਦੇ ਹਾਂ। ਉਸ ਤੋਂ ਪਹਿਲਾਂ ਇੱਕ ਖਾਸ ਜਾਣਕਾਰੀ ਤੁਹਾਡੇ ਲਈ ਸਾਂਝਾ ਕਰ ਲਈਏ ਕਿ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਵਲ ਕਲਾਸ ਦੇ ਵਿੱਚ ਇੱਕ WhatsApp ਗਰੁੱਪ ਬਣਿਆ ਹੋਇਆ ਜੀ, ਜੋ ਕਿ ਬਿਲਕੁਲ ਫ੍ਰੀ ਹੈ। ਜਿਹੜੇ ਸਾਥੀ ਸੀਟੈਟ ਦੀ ਤਿਆਰੀ ਕਰ ਰਹੇ ਹੈ ਤਾਂ ਉਹਨਾਂ ਲਈ ਇਹ ਗਰੁੱਪ ਬਹੁਤ ਹੀ ਫਾਇਦੇਮੰਦ ਹੈ ਜੀ। ਤਾਂ ਇਸ ਗਰੁੱਪ ਨਾਲ ਜੁੜਨ ਲਈ ਤੁਸੀਂ WhatsApp ਦੇ ਵਿੱਚ ਮੈਸੇਜ ਦੇ ਵਿੱਚ ਤੁਸੀਂ ਆਪਣਾ ਨੇਮ ਸੀਟੈਟ ਟਾਈਪ ਕਰਕੇ ਤੇ ਸਟੇਟ ਦਾ ਨਾਮ ਜਿਹੜਾ ਹੈ ਜੀ ਟਾਈਪ ਕਰਕੇ ਇਹਨਾਂ ਮੋਬਾਈਲ ਨੰਬਰਸ ਦੇ ਉੱਪਰ ਤੁਸੀਂ ਸਿਰਫ ਸੈਂਡ ਕਰਨਾ ਹੈ ਜੀ। ਔਰ ਸਾਵਲ ਕਲਾਸ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਜਿਹੜਾ ਹੈ ਜੀ ਟੈਲੀਗ੍ਰਾਮ ਤੁਸੀਂ ਡਾਊਨਲੋਡ ਕਰੋਗੇ ਤਾਂ ਉਸ ਦੇ ਵਿੱਚ ਸਰਚ ਆਪਸ਼ਨ ਦੇ ਵਿੱਚ ਜਾ ਕੇ ਸਾਵਲ ਕਲਾਸਿਸ ਸੀਟੈਟ ਟਾਈਪ ਕਰੋਗੇ ਤਾਂ ਇਸ ਗਰੁੱਪ ਨਾਲ ਤੁਸੀਂ ਐਡ ਹੋ ਸਕਦੇ ਹੋ ਜੀ। ਔਰ ਇਸ ਗਰੁੱਪ ਦੇ ਵਿੱਚ ਵੀ ਜਿਵੇਂ ਕਿ ਸੀਟੈਟ ਦੀ ਜਿਹੜੀ ਹੈ ਪੇਪਰ ਜਾਂ ਹੋਰ ਬਹੁਤ ਸਾਰੀ ਜਿਹੜੀ ਵਿਸ਼ਾਵਾਰ ਜਿਹੜੀ ਹੈ ਜੀ ਮਟੀਰੀਅਲ ਤੁਹਾਨੂੰ PDF ਰੂਪ ਦੇ ਵਿੱਚ ਮਿਲੇਗਾ ਤੇ ਇਸ ਦੇ ਨਾਲ ਹੋਰ ਵੀ ਬਹੁਤ ਸਾਰੀ ਬਿਹਤਰੀਨ ਜਾਣਕਾਰੀ ਤੁਹਾਨੂੰ ਜਾਂ ਆਪਾਂ ਗੱਲ ਕਰੀਏ ਕਿ ਉਸਦੀ ਤਿਆਰੀ ਦੇ ਅਕੋਰਡਿੰਗ ਜਿਹੜੀ ਹੈ ਜੀ ਉਹ ਜਾਣਕਾਰੀ ਮਿਲੇਗੀ ਜੋ ਸਟੂਡੈਂਟਸ ਦੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ। ਤਾਂ ਆਓ ਜੀ ਫਿਰ ਅੱਜ ਆਪਾਂ ਪੇਪਰ ਡਿਸਕਸ ਕਰਨ ਜਾ ਰਹੇ ਹਾਂ ਜੀ। ਜਿਵੇਂ ਕਿ ਆਪਣਾ ਪੇਪਰ ਜਿਹੜਾ ਹੈ ਜੀ ਇੱਕ ਪਹਿਰਾ ਰਚਨਾ ਤੋਂ ਸ਼ੁਰੂ ਹੁੰਦਾ ਹੈ ਜੀ। ਪਹਿਰਾ ਰਚਨਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਇਹ ਪੇਪਰ ਦੇ ਵਿੱਚ ਕਿਉਂ ਹੁੰਦਾ ਹੈ ਕਿ ਬੱਚਿਆਂ ਦੀ ਜਿਹੜੀ ਸਟੂਡੈਂਟਸ ਦੀ ਜਿਹੜੀ ਹੈ ਕਿਸੇ ਪੈਰਾਗ੍ਰਾਫ ਨੂੰ ਪੜ੍ਹਨ ਦੀ ਯੋਗਤਾ ਇਕਾਗਰਤਾ ਠੀਕ ਹੈ ਜਾਂ ਉਸਦੇ ਭਾਵਾਂ ਨੂੰ ਸਮਝ ਪਾਉਂਦੇ ਆ ਜਾਂ ਨਹੀਂ ਪਾਉਂਦੇ। ਤਾਂ ਅਜਿਹੀਆਂ ਬਹੁਤ ਸਾਰੇ ਇਸਦੇ ਜਿਹੜੇ ਬੈਨੀਫਿਟ ਹੁੰਦੇ ਆ ਜੋ ਕਿ ਸਟੂਡੈਂਟ ਦੀ ਜਿਹੜੀ ਇਕਾਗਰਤਾ ਚੈੱਕ ਕਰਨ ਲਈ ਜਿਹੜੀ ਪੇਪਰ ਦੇ ਵਿੱਚ ਆਉਂਦਾ ਜੀ। ਤਾਂ ਆਓ ਆਪਾਂ ਪੈਰਾਗ੍ਰਾਫ ਪੜ੍ਹਦੇ ਹਾਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹਨਾਂ ਦੇ ਆਪਾਂ ਪ੍ਰਸ਼ਨਾਂ ਦੇ ਉੱਤਰ ਜਿਹੜੇ ਹੈ ਫਿਰ ਆਪਾਂ ਉਹ ਡਿਸਕਸ ਕਰਾਂਗੇ ਜੀ। ਤਾਂ ਜਿਵੇਂ ਕਿ ਦੇਖੋ, ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦਾ ਪਿਆਰ ਤੇ ਸਧਰਾਂ ਪਲਦੀਆਂ ਹਨ, ਜਿੱਥੇ ਬਾਲਪਨ ਵਿੱਚ ਮਾਂ ਭੈਣ ਤੇ ਭਰਾ ਕੋਲੋਂ ਲੜ ਪਿਆਰ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਲਤਾੜ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿੱਥੇ ਬੁਢੇਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਆਰਾਮ ਨਾਲ ਕੱਟਣ ਵਿੱਚ ਇਉਂ ਸਵਾਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਬੋਲੀ ਵਿੱਚ ਆਉਂਦਾ ਸੀ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਸੀ। ਉਸ ਦਾ ਆਚਰਣ ਬਣਾਉਣ ਵਿੱਚ ਜਿੱਥੇ ਸਮਾਜਿਕ ਅਤੇ ਮੁਲਕੀ ਆਲੇ ਦੁਆਲੇ ਦਾ ਅਸਰ ਕੰਮ ਕਰਦਾ ਹੈ, ਉੱਥੇ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ ਜੀ। ਸਗੋਂ ਮਨੁੱਖੀ ਆਚਰਣ ਬਣਦਾ ਹੀ ਘਰ ਵਿੱਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਅ ਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸੱਜਣ ਨੂੰ ਕੁਝ ਸੜੀਅਲ ਜਾਂ ਖਿਜੂ ਸੁਭਾਅ ਵਾਲਾ ਵੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ ਇਹ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ। ਤਾਂ ਇਸ ਪਹਿਰਾ ਰਚਨਾ ਦੇ ਵਿੱਚ ਘਰ ਦੇ ਬਾਰੇ ਅਤੇ ਉਸ ਦੇ ਵਿੱਚ ਲਾਡ ਪਿਆਰ ਅਤੇ ਉਸ ਦੇ ਵਿੱਚ ਕਿਵੇਂ ਸਧਰਾਂ ਪਲਦੀਆਂ ਹਨ ਤੇ ਘਰ ਜਿਹੜਾ ਹੈ ਕਿਸੇ ਮਨੁੱਖ ਦੇ ਵਿਵਹਾਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਜੀ, ਇਸ ਦੇ ਬਾਰੇ ਗੱਲਾਂ ਕੀਤੀਆਂ ਗਈਆਂ ਜੀ। ਤਾਂ ਆਓ ਆਪਾਂ ਪ੍ਰਸ਼ਨ ਪੜ੍ਹਦੇ ਹਾਂ ਤੇ ਉਹਨਾਂ ਨੂੰ ਡਿਸਕਸ ਕਰਦੇ ਹਾਂ ਜੀ। ਬਚਪਨ ਘਰ ਨਾਲ ਕਿਵੇਂ ਸੰਬੰਧਿਤ ਹੈ ਜੀ। ਤਾਂ ਜਿਵੇਂ ਕਿ ਆਪਾਂ ਇਹ ਪਹਿਰਾ ਰਚਨਾ ਪੜ੍ਹਿਆ ਹੈ ਉਸ ਦੇ ਅਨੁਸਾਰ ਹੀ ਉੱਤਰ ਇਸ ਦੇ ਵਿੱਚ ਦੇਣਾ ਹੁੰਦਾ ਜੀ। ਮਾਂ ਭੈਣ ਤੇ ਭਰਾ ਕੋਲੋਂ ਪਿਆਰ ਲੈਣ ਨਾਲ, ਛੋਟੇ ਬੱਚਿਆਂ ਨਾਲ ਖੇਡਣ ਨਾਲ, ਸਕੂਲ ਜਾਣ ਨਾਲ ਜਾਂ ਮਾਂ ਬਾਪ ਨਾਲ ਲੜਾਈ ਕਰਨ ਨਾਲ ਜੀ। ਤਾਂ ਪੈਰਾਗ੍ਰਾਫ ਆਪਾਂ ਪੜ੍ਹਿਆ ਜੀ, ਬਿਲਕੁਲ ਉਸ ਦੇ ਅਨੁਸਾਰ ਇਸ ਦਾ ਪਹਿਲਾ ਜਿਹੜਾ ਆਨਸਰ ਆਏਗਾ ਜੀ ਫਸਟ ਆਪਸ਼ਨ ਮਾਂ ਭੈਣ ਤੇ ਭਰਾ ਕੋਲੋਂ ਪਿਆਰ ਲੈਣ ਨਾਲ ਜਿਹੜਾ ਹੈ ਬਚਪਨ ਘਰ ਨਾਲ ਸੰਬੰਧਿਤ ਹੈ ਜੀ। ਦੂਸਰਾ ਦੇਖੋ, ਖੱਟੀ ਕਮਾਈ ਤੋਂ ਕੀ ਭਾਵ ਹੈ ਜੀ। ਇੱਥੇ ਬਿਲਕੁਲ ਇਹ ਗੱਲ ਆਈ ਸੀ। ਇੱਥੇ ਖੱਟੀ ਕਮਾਈ ਤੋਂ ਭਾਵ ਦੇਖਦੇ ਹਾਂ ਬੇਈਮਾਨੀ, ਕਿਰਤ ਕਮਾਈ, ਕਮਾਏ ਪੈਸਿਆਂ ਦਾ ਚੋਰੀ ਹੋ ਜਾਣਾ ਜਾਂ ਬੁਰਾ ਭਲਾ ਜੀ। ਤਾਂ ਬਿਲਕੁਲ ਆਪਾਂ ਇਹ ਪੜ੍ਹੇ ਸੀ, ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ ਕਿਰਤ ਕਮਾਈ ਜੀ।
ਕੱਟੀ ਕਮਾਈ ਦਾ ਅਰਥ ਕੀ ਹੈ? ਦੂਸਰਾ ਆਪਸ਼ਨ ਕਿਰਤ ਕਮਾਈ। ਤਾਂ ਪੈਰਾ ਰਚਨਾ ਦੇ ਅਨੁਸਾਰ ਹੀ ਆਪਾਂ ਪ੍ਰਸ਼ਨਾਂ ਦਾ ਉੱਤਰ ਦੇਣਾ ਹੁੰਦਾ ਹੈ। ਆਪਾਂ ਗੱਲ ਕਰਦੇ ਹਾਂ ਜੀ ਪ੍ਰਸ਼ਨ ਨੰਬਰ 123 ਦੇ ਉੱਪਰ, ਘਰ ਦਾ ਪਿਆਰ ਨਾ ਮਿਲਣ ਵਾਲੇ ਸੁਭਾਅ ਕਿਹੋ ਜਿਹੇ ਹੋ ਜਾਂਦਾ ਹੈ? ਬਿਲਕੁਲ ਆਪਾਂ ਅਖੀਰ ਦੇ ਵਿੱਚ ਪੜਿਆ ਸੀਗਾ ਜੀ, ਇੱਥੇ ਸੜੀਅਲ ਸ਼ਬਦ ਹੈ, ਤਾਂ ਮਿਲਣਸਾਰ, ਸੜੀਅਲ, ਮਖੌਲੀਆ, ਹਸਮੁਖ ਜੀ। ਤਾਂ ਬਿਲਕੁਲ ਇਸ ਦਾ ਆਂਸਰ ਆਪਾਂ ਇੱਥੇ ਹੀ ਲੱਭ ਲਿਆ ਜੀ, ਇਸ ਦਾ ਸੁਭਾਅ ਜਿਹੜਾ ਸੜੀਅਲ ਹੋ ਜਾਂਦਾ ਹੈ ਜੀ। ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 124 ਦੇ ਉੱਪਰ, ਮਨੁੱਖ ਦਾ ਆਚਰਣ ਬਣਾਉਣ ਵਿੱਚ ਸਮਾਜਿਕ ਅਤੇ ਆਲੇ ਦੁਆਲੇ ਤੋਂ ਇਲਾਵਾ ਹੋਰ ਕਿਹੜੀ ਚੀਜ਼ ਦਾ ਯੋਗਦਾਨ ਹੈ? ਬਿਲਕੁਲ ਜੀ ਆਪਾਂ ਇਹ ਪੜ੍ਹਿਆ ਹੀ ਹੈ, ਘਰ ਦਾ, ਸੜੀਅਲ, ਲੋਕਾਂ ਦਾ, ਜਾਨਵਰਾਂ ਦਾ ਜਾਂ ਸਕੂਲ ਦਾ। ਤਾਂ ਬਿਲਕੁਲ ਜੀ ਇਹ ਪਹਿਲਾ ਰਚਨਾ ਜਿਹੜਾ ਹੈ ਜੀ ਘਰ ਦੇ ਉੱਪਰ ਹੀ ਕਾਫੀ ਜਿਹੜਾ ਵਿਸ਼ੇ ਨੂੰ ਕੇਂਦਰਿਤ ਬਣ ਕੇ ਦੱਸਿਆ ਗਿਆ ਜੀ, ਡਿਸਕਸ ਕੀਤਾ ਗਿਆ ਹੈ। ਤਾਂ ਇਸ ਦਾ ਆਂਸਰ ਆਏਗਾ ਜੀ ਫਸਟ ਆਪਸ਼ਨ, ਘਰ ਦਾ ਯੋਗਦਾਨ ਹੈ ਜੀ। ਪ੍ਰਸ਼ਨ ਨੰਬਰ 125 ਦੇਖਦੇ ਹਾਂ ਜੀ, ਜਵਾਨੀ ਵਿੱਚ ਖੱਟੀ ਕਮਾਈ ਕਰਕੇ ਕਿੱਥੇ ਜਾਣ ਨੂੰ ਜੀ ਕਰਦਾ ਹੈ? ਸ਼ਹਿਰ, ਘਰ, ਬਾਜ਼ਾਰ ਜਾਂ ਹੋਟਲ। ਤਾਂ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਪਹਿਲਾ ਰਚਨਾ ਦੇ ਬਿਲਕੁਲ ਵਿਚਕਾਰ ਤੇ ਜਿਹੜੀ ਗੱਲ ਕੀਤੀ ਗਈ ਸੀ, ਤਾਂ ਜਵਾਨੀ ਵਿੱਚ ਖੱਟੀ ਕਮਾਈ ਕਰਕੇ ਘਰ ਜਾਣ ਨੂੰ ਜੀ ਕਰਦਾ ਹੈ ਜੀ। ਇੱਥੇ ਆਂਸਰ ਆਏਗਾ ਫਿਰ ਆਪਣੇ ਕੋਲੇ ਦੂਸਰਾ ਆਪਸ਼ਨ ਉੱਤਰ ਦੇ ਰੂਪ ਦੇ ਵਿੱਚ ਘਰ। ਪ੍ਰਸ਼ਨ ਨੰਬਰ 126 ਦੇਖੋ, ਉਪਰੋਕਤ ਪਹਿਰੇ ਦਾ ਢੁਕਵਾਂ ਸੁਰਲੇਖ ਚੁਣੋ ਜੀ। ਤਾਂ ਸੁਰਲੇਖ ਕਿਵੇਂ ਚੁਣਿਆ ਜਾਂਦਾ ਜੀ? ਪਹਿਲਾ ਰਚਨਾ ਦੇ ਵਿੱਚ ਜਿਸ ਵਿਸ਼ੇ ਦੇ ਉੱਪਰ ਸਾਰੀਆਂ ਗੱਲਾਂ ਜਿਹੜੀਆਂ ਹੈ ਜੀ ਉਹ ਚਲਦੀਆਂ ਹੋਣ, ਕੇਂਦਰਿਤ ਹੋਣ, ਠੀਕ ਹੈ, ਮੁੱਖ ਉਹਦੇ ਵਿੱਚ ਗੱਲਬਾਤ ਕੀਤੀ ਗਈ ਹੋਵੇ ਉਸ ਵਿਸ਼ੇ ਦੇ ਬਾਰੇ, ਤਾਂ ਉਹ ਉਸ ਦਾ ਸੁਰਲੇਖ ਹੁੰਦਾ ਜੀ। ਜਿਵੇਂ ਕਿ ਆਪਾਂ ਦੇਖਦੇ ਹਾਂ ਜੀ, ਬਾਲਪਨ, ਮਨੁੱਖੀ ਸੁਭਾਅ, ਮਨੁੱਖੀ ਸ਼ਖਸੀਅਤ, ਘਰ ਦਾ ਪਿਆਰ। ਤਾਂ ਇੱਥੇ ਪੂਰੇ ਪੈਰਾਗ੍ਰਾਫ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਵਿੱਚ ਘਰ ਦਾ ਪਿਆਰ ਜਾਂ ਘਰ ਦੇ ਨਾਲ ਵਿਸ਼ੇ ਨਾਲ ਸੰਬੰਧਿਤ ਜਿਹੜੀ ਸਾਰੀਆਂ ਗਤੀਵਿਧੀਆਂ ਦੱਸੀਆਂ ਗਈਆਂ ਜੀ, ਜਜ਼ਬਾਤ ਦੱਸੇ ਗਏ ਆ, ਭਾਵਨਾਵਾਂ ਦੱਸੀਆਂ ਗਈਆਂ। ਤਾਂ ਇਸ ਦਾ ਉੱਤਰ ਆਏਗਾ ਜੀ ਫੋਰਥ ਆਪਸ਼ਨ, ਘਰ ਦਾ ਪਿਆਰ ਇਸ ਪਹਿਰਾ ਰਚਨਾ ਦਾ ਢੁਕਵਾਂ ਸਿਰਲੇਖ ਹੋਵੇਗਾ ਜੀ। ਪ੍ਰਸ਼ਨ ਨੰਬਰ 127 ਦੇਖਦੇ ਹਾਂ, ਹੇਠ ਲਿਖਿਆ ਵਿੱਚੋਂ ਸਮਾਸੀ ਸ਼ਬਦ ਦੀ ਪਛਾਣ ਕਰੋ ਜੀ। ਸਮਾਸੀ ਸ਼ਬਦ, ਬਿਲਕੁਲ ਆਪਾਂ ਇਹ ਤੁਹਾਨੂੰ ਦੱਸਿਆ ਹੀ ਸੀ ਕਿ ਸਮਾਸੀ ਸ਼ਬਦ ਸੀ-ਟੈਟ ਦੇ ਪੇਪਰ ਲਈ ਬਹੁਤ ਹੀ ਇੰਪੋਰਟੈਂਟ ਹੈ ਜੀ। ਹਰ ਵਾਰ ਹਰ ਪੇਪਰ ਦੇ ਵਿੱਚ ਸਮਾਸੀ ਸ਼ਬਦ ਦਾ ਪ੍ਰਸ਼ਨ ਆ ਜਾਂਦਾ ਹੈ ਜੀ। ਤਾਂ ਸਾਥੀਓ, ਤੁਹਾਨੂੰ ਜੋ ਸਟੂਡੈਂਟ ਸੀ-ਟੈਟ ਦੀ ਤਿਆਰੀ ਕਰ ਰਹੇ ਆ ਜੀ, ਸਮਾਸੀ ਸ਼ਬਦ ਦੇ ਬਾਰੇ ਬਿਲਕੁਲ ਤੁਹਾਨੂੰ ਬੜੀ ਹੀ ਡੀਪ ਦੇ ਵਿੱਚ ਜਿਹੜਾ ਗਿਆਨ ਹੋਣਾ ਚਾਹੀਦਾ ਹੈ ਜੀ। ਤਾਂ ਦੇਖਦੇ ਹਾਂ ਇਹਦੇ ਵਿੱਚ ਕਿਹੜਾ ਸ਼ਬਦ ਹੈ ਜਾਂ ਨਹੀਂ ਹੈ। ਚਾਰ ਦੀਵਾਰੀ, ਬਾਲਪਨ, ਘਰ ਦਾ ਪਿਆਰ, ਪਿਆਰ ਤੇ ਸਦਰਾਂ ਜੀ, ਇਹ ਦੋਵੇਂ ਤਾਂ ਬਿਲਕੁਲ ਨਹੀਂ ਹੈ ਜੀ। ਬਾਲਪਨ ਜਿਹੜਾ ਹੈ ਜੀ ਇੱਕ ਉਤਪੰਨ ਸ਼ਬਦ ਹੈ ਜੀ, ਇਕੱਠਾ ਲਿਖਿਆ ਜਾਂਦਾ ਹੈ, ਠੀਕ ਹੈ, ਇਹ ਵੀ ਫਿਰ ਗਲਤ ਹੋ ਗਿਆ। ਚਾਰ ਦੀਵਾਰੀ ਜੀ, ਇਹ ਆਂਸਰ ਬਿਲਕੁਲ ਠੀਕ ਹੈ। ਤਾਂ ਇਸ ਦਾ ਆਂਸਰ ਕੀ ਹੋਇਆ ਜੀ? ਫਸਟ ਆਪਸ਼ਨ, ਚਾਰ ਦੀਵਾਰੀ ਜਿਹੜਾ ਹੈ ਜੀ ਉਹ ਸਮਾਸੀ ਸ਼ਬਦ ਹੈ ਜੀ। ਹਾਂਜੀ, ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 128 ਦੇ ਉੱਪਰ, ਪਹਿਰੇ ਅਨੁਸਾਰ ਘਰ ਕਿਸ ਨੂੰ ਕਹਿੰਦੇ ਹਨ ਜੀ? ਬਿਲਕੁਲ ਸ਼ੁਰੂਆਤ ਦੀ ਲਾਈਨਾਂ ਦੇ ਵਿੱਚ ਹੀ ਗੱਲ ਆਈ ਸੀ, ਇੱਟਾਂ ਜਾਂ ਵੱਟਿਆਂ ਨਾਲ ਬਣੇ ਕੋਠੇ ਨੂੰ, ਕੱਚੇ ਕੋਠੇ ਨੂੰ, ਜਿੱਥੇ ਮਨੁੱਖ ਦਾ ਪਿਆਰ ਤੇ ਸਧਰਾਂ ਪਲਦੀਆਂ ਹਨ, ਜਿੱਥੇ ਲੜਾਈ ਝਗੜਾ ਹੁੰਦਾ ਹੈ। ਤਾਂ ਇੱਥੇ ਬਿਲਕੁਲ ਸਹੀ ਆਂਸਰ ਆਏਗਾ ਜੀ ਤੀਸਰਾ ਆਪਸ਼ਨ, ਜਿੱਥੇ ਮਨੁੱਖ ਦਾ ਪਿਆਰ ਤੇ ਸਧਰਾਂ ਪਲਦੀਆਂ ਹਨ ਉਸ ਨੂੰ ਘਰ ਕਹਿੰਦੇ ਆ ਜੀ। ਇਹ ਪਹਿਰਾ ਰਚਨਾ ਦੇ ਵਿੱਚ ਬਿਲਕੁਲ ਸ਼ੁਰੂਆਤੀ ਜਿਹੜੀਆਂ ਲਾਈਨਾਂ ਦੇ ਵਿੱਚ ਜਾਂ ਸਤਰਾਂ ਦੇ ਵਿੱਚ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਆਪਾਂ ਪੜ੍ਹੀ ਹੈ ਤੇ ਸਮਝੀ ਵੀ ਹੈ ਜੀ। ਤਾਂ ਅੱਗੇ ਇੱਕ ਹੋਰ ਪਹਿਰਾ ਰਚਨਾ ਹੈ ਜੀ, ਉਸ ਨੂੰ ਵੀ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਆਪਾਂ ਉਸਦੇ ਪ੍ਰਸ਼ਨਾਂ ਨੂੰ ਡਿਸਕਸ ਕਰਾਂਗੇ। ਹਾਂਜੀ, ਉਮੀਦ ਹੈ ਕਿ ਸਕਰੀਨ ਦੇ ਉੱਪਰ ਬਿਲਕੁਲ ਤੁਹਾਨੂੰ ਸਾਫ਼ ਤੇ ਸਪਸ਼ਟ ਤੇ ਜ਼ੂਮ ਨਜ਼ਰ ਆ ਰਿਹਾ ਹੋਵੇਗਾ। ਪ੍ਰਦੂਸ਼ਣ ਹਵਾ ਰਾਹੀਂ, ਮੱਖੀਆਂ ਮੱਛਰਾਂ ਰਾਹੀਂ, ਗੰਦੇ ਵਾਤਾਵਰਣ ਰਾਹੀਂ, ਅਸ਼ੁੱਧ ਪਾਣੀ ਰਾਹੀਂ ਅਤੇ ਅਨੇਕਾਂ ਹੀ ਅਜਿਹੇ ਹੋਰ ਕਾਰਨਾਂ ਰਾਹੀਂ ਵਾਪਰਦਾ ਹੈ। ਬਹੁਤ ਵਾਰ ਗਲੀਆਂ ਸੜੀਆਂ ਸਬਜ਼ੀਆਂ ਅਤੇ ਫਲਾਂ ਤੋਂ ਕੋਈ ਨਾਮੁਰਾਦ ਬਿਮਾਰੀ ਲੋਕਾਂ ਨੂੰ ਚੰਬੜਦੀ ਹੈ। ਪਿੰਡਾਂ ਸ਼ਹਿਰਾਂ ਵਿੱਚ ਧੂਏਂ ਅਤੇ ਮਿੱਟੀ ਦੇ ਇੱਕ ਤਰ੍ਹਾਂ ਦੇ ਬੱਦਲ ਵਾਤਾਵਰਣ ਨੂੰ ਧੁੰਦਲਾ ਕਰੀ ਰੱਖਦੇ ਹਨ। ਇਹ ਧੂਆਂ ਮੋਟਰ ਗੱਡੀਆਂ ਤੋਂ ਅਤੇ ਖੇਤਾਂ ਵਿੱਚ ਸਾੜੀ ਗਈ ਫਸਲ ਦੇ ਰਹਿੰਦ ਖੂੰਹਦ ਤੋਂ ਪੈਦਾ ਹੁੰਦੀ ਹੈ। ਗੈਰ ਯੋਜਨਾਬੱਧ ਢੰਗ ਨਾਲ ਲਾਈਆਂ ਸਨਅਤਾਂ ਤੋਂ ਨਿਕਲਦਾ ਧੂਆਂ ਲੋਕਾਂ ਦੇ ਫੇਫੜਿਆਂ ਵਿੱਚ ਘਾਤਕ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈ। ਅੱਖਾਂ ਦੀ ਜੋ ਧੁੰਦਲੀ ਹੁੰਦੀ ਹੈ, ਜਿੱਥੇ ਤੱਕ ਧੂੜ ਦਾ ਸੰਬੰਧ ਹੈ, ਅਕਸਰ ਇਹ ਲੱਗਦਾ ਹੈ ਕਿ ਅਸੀਂ ਇਹਨਾਂ ਧੂੜ ਦੇ ਬੱਦਲਾਂ ਵਿੱਚ ਨਹਾ ਰਹੇ ਹਾਂ। ਅਜਿਹਾ ਲਗਾਤਾਰ ਵਾਪਰਦਾ ਹੈ। ਵਾਤਾਵਰਣ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੈ।
ਕੂੜੇ ਤੇ ਹੋਰ ਗੰਦਮੰਦ ਦੇ ਅੰਬਾਰ ਜਾਂ ਪੁਰ ਥਾਂ ਲੱਗੇ ਨਜ਼ਰ ਆਉਂਦੇ ਹਨ। ਅਜਿਹੇ ਨਰਕ ਵਿੱਚ ਅਸੀਂ ਜੀ ਰਹੇ ਹਾਂ। ਇੰਝ ਲੱਗਦਾ ਹੈ ਜਿਵੇਂ ਭਾਰਤ ਵਿੱਚ ਪੈਦਾ ਹੋਇਆ ਵਿਅਕਤੀ ਸਾਰੀ ਉਮਰ ਅਜਿਹਾ ਨਰਕ ਹੰਢਾਉਣ ਲਈ ਆਇਆ ਹੋਵੇ। ਕਿਸੇ ਤਰ੍ਹਾਂ ਦੀ ਕੋਈ ਚੇਤਨਾ ਨਾ ਤਾਂ ਸਮਾਜ ਵਿੱਚ ਇਸ ਪ੍ਰਤੀ ਦਿਖਾਈ ਦਿੰਦੀ ਹੈ, ਨਾ ਹੀ ਸਰਕਾਰਾਂ ਇਸ ਦੀ ਕੋਈ ਪਰਵਾਹ ਕਰਦੀਆਂ ਹਨ ਜੀ। ਤਾਂ ਬਿਲਕੁਲ ਜੀ, ਇਸ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਦੇ ਵਿੱਚ ਪ੍ਰਦੂਸ਼ਣ ਅਤੇ ਉਸ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਬਾਰੇ ਜਿਹੜੀ ਗੱਲ ਇਹਦੇ ਵਿੱਚ ਲਿਖੀ ਗਈ ਹੈ, ਤਾਂ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਆਓ ਫਿਰ ਆਪਾਂ ਇਸ ਪੈਰਾ ਰਚਨਾ ਦੇ ਨਾਲ ਸੰਬੰਧਿਤ ਜਿਹੜੇ ਪੇਪਰ ਦੇ ਵਿੱਚ ਪ੍ਰਸ਼ਨ ਆਏ ਆ ਜੀ, ਉਹਨਾਂ ਨੂੰ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪੈਰਾ ਅਨੁਸਾਰ ਪਿੰਡਾਂ ਤੇ ਸ਼ਹਿਰਾਂ ਵਿੱਚ ਵਾਤਾਵਰਣ ਦੇ ਧੁੰਦਲਾ ਹੋਣ ਦਾ ਕਾਰਨ ਕੀ ਹੈ ਜੀ? ਤੰਗ ਗਲੀਆਂ, ਉੱਚੀਆਂ ਇਮਾਰਤਾਂ, ਸਾਫ਼ ਸੁਥਰੀ ਹਵਾ ਜਾਂ ਗਲੀਆਂ ਸੜੀਆਂ ਸਬਜ਼ੀਆਂ ਅਤੇ ਫਲ ਜੀ। ਤਾਂ ਬਿਲਕੁਲ ਇੱਥੇ ਕੀ ਹੈ ਜੀ, ਗੱਲ ਆਈ ਸੀ ਖੇਤਾਂ ਵਿੱਚ ਸਾੜੀ ਗਈ ਫਸਲ ਤੇ ਧੂੰਆਂ, ਠੀਕ ਹੈ ਜੀ, ਗਲੀਆਂ ਸੜੀਆਂ ਸਬਜ਼ੀਆਂ ਦੇ ਬਾਰੇ ਵੀ ਗੱਲ ਕੀਤੀ ਸੀ ਇਸ ਦੇ ਵਿੱਚ, ਠੀਕ ਹੈ। ਇੱਥੇ ਆ ਗਈ ਗੱਲ ਸਬਜ਼ੀਆਂ ਦੇ ਫਲਾਂ ਨਾਲ ਬਿਮਾਰੀ ਨੂੰ ਚਿੰਬੜਦੀਆਂ ਹਨ ਜੀ। ਤਾਂ ਇਸ ਦਾ ਆਨਸਰ ਕੀ ਹੈ ਜੀ? ਬਿਲਕੁਲ ਸਹੀ ਆਨਸਰ ਜਿਹੜਾ ਹੈ ਜੀ 4th ਆਪਸ਼ਨ ਜੀ, ਸੜੀਆਂ ਗਲੀਆਂ ਸਬਜ਼ੀਆਂ ਅਤੇ ਫਲ। ਪ੍ਰਸ਼ਨ ਨੰਬਰ 131 ਦੇਖਦੇ ਹਾਂ ਜੀ, ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਚੁਣੋ। ਬਿਲਕੁਲ ਜੀ, ਜਿਸ ਸ਼ਬਦ ਦੇ ਬਾਰੇ ਜਾਂ ਜਿਸ ਵਿਸ਼ੇ ਦੇ ਬਾਰੇ ਪੂਰਾ ਪੈਰਾ ਰਚਨਾ ਲਿਖਿਆ ਹੁੰਦਾ ਜੀ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਸ ਦੇ ਇਰਦ ਗਿਰਦ ਹੀ ਸਾਰੀਆਂ ਗੱਲਾਂ ਜਿਹੜੀਆਂ ਚੱਲਦੀਆਂ, ਉਹ ਉਸ ਪੈਰੇ ਰਚਨਾ ਦਾ ਢੁਕਵਾਂ ਸਿਰਲੇਖ ਹੁੰਦਾ ਹੈ। ਮੱਖੀਆਂ ਮੱਛਰ, ਗਲੀਆਂ ਸੜੀਆਂ ਸਬਜ਼ੀਆਂ ਤੇ ਫਲ, ਪ੍ਰਦੂਸ਼ਣ ਤੇ ਨਰਕ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਤੀਸਰਾ ਆਪਸ਼ਨ, ਪ੍ਰਦੂਸ਼ਣ। ਤਾਂ ਬਹੁਤ ਹੀ ਆਸਾਨ ਜਿਹੇ ਕੁਐਸਚਨ ਹੈ ਜੀ, ਇਹਨਾਂ ਨੂੰ ਆਪਾਂ ਇੱਕ ਵਾਰੀ ਪੜ੍ਹ ਕੇ ਹੀ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਠੀਕ ਹੈ ਜੀ। ਤਾਂ ਇਹ ਬਿਲਕੁਲ ਜਿਹੜਾ ਪੇਪਰ ਦੇ ਵਿੱਚ, ਜਿਵੇਂ ਕਿ ਤੁਹਾਨੂੰ ਦੱਸ ਚੁੱਕਿਆ ਮੈਂ, ਕਿ ਪੈਰਾ ਰਚਨਾ ਤੇ ਕਵਿਤਾ ਜੀ ਇਸੇ ਕਰਕੇ ਹੀ ਪੇਪਰ ਦੇ ਵਿੱਚ ਆਉਂਦੀ ਹੈ ਕਿ ਜੋ ਪੇਪਰ ਦੇਣ ਜਾ ਰਿਹਾ ਹੈ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਸ ਕਵਿਤਾ ਨੂੰ ਜਾਂ ਪੈਰਾ ਰਚਨਾ ਨੂੰ ਠੀਕ ਢੰਗ ਨਾਲ ਉਸਦੇ ਭਾਵਾਂ ਨੂੰ, ਉਸਦੇ ਵਿਸ਼ੇ ਨੂੰ, ਉਸਦੇ ਆਪਾਂ ਗੱਲ ਕਰੀਏ ਕਿ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਜਾਂ ਨਹੀਂ ਕਰਦਾ ਜੀ। ਪ੍ਰਸ਼ਨ ਨੰਬਰ ਆਪਾਂ 132 ਦੇਖਦੇ ਹਾਂ ਜੀ, ਪ੍ਰਦੂਸ਼ਣ ਪ੍ਰਤੀ ਕੌਣ ਚੇਤਨ ਨਹੀਂ ਹੈ ਜੀ? ਇਹ ਬਿਲਕੁਲ ਲਾਸਟ ਦੇ ਵਿੱਚ ਗੱਲ ਆਈ ਸੀ ਜੀ, ਸਮਾਜ ਦੇ ਵਿੱਚ ਪ੍ਰਤੀ ਦਿਖਾਈ ਦਿੰਦਾ ਹੈ, ਨਾ ਕਿ ਸਰਕਾਰ ਇਹਦੇ ਵਿੱਚ ਪ੍ਰਵਾਹ ਜਿਹੜੀ ਹੈ ਨਹੀਂ ਦਿੰਦੀ ਜੀ। ਸਮਾਜ ਤੇ ਸਰਕਾਰਾਂ ਜੀ, ਪ੍ਰਦੂਸ਼ਣ ਅਧਿਕਾਰੀ, ਮੱਖੀ ਮੱਛਰ ਵਿਭਾਗ ਜਾਂ ਸਨਅਤਾਂ ਜੀ, ਠੀਕ ਹੈ। ਸਨਅਤਾਂ ਹੁੰਦਾ ਜੀ ਜਿਵੇਂ ਉਦਯੋਗ। ਤਾਂ ਇਸ ਦਾ ਸਹੀ ਆਨਸਰ ਹੈ ਜੀ ਫਸਟ ਆਪਸ਼ਨ, ਸਮਾਜ ਅਤੇ ਸਰਕਾਰਾਂ ਦਾ ਇਸ ਦੇ ਉੱਪਰ ਕੋਈ ਚੇਤਨ ਰੂਪ ਦੇ ਵਿੱਚ ਕੋਈ ਧਿਆਨ ਨਹੀਂ ਹੈ ਜੀ। ਹਾਂਜੀ, ਪ੍ਰਸ਼ਨ ਨੰਬਰ ਆਪਾਂ 129 ਸਕਿਪ ਹੋਇਆ ਸੀ, ਇਸ ਨੂੰ ਵੀ ਡਿਸਕਸ ਕਰ ਲਈਏ। ਫੇਫੜਿਆਂ ਦੀਆਂ ਘਾਤਕ ਬਿਮਾਰੀਆਂ ਲਈ ਕੌਣ ਜ਼ਿੰਮੇਵਾਰ ਹੈ ਜੀ? ਮੱਖੀਆਂ ਮੱਛਰ, ਸਨਅਤਾਂ ਵਿੱਚੋਂ ਨਿਕਲਦਾ ਧੂਆਂ, ਸਵੱਛ ਭੋਜਨ, ਚੰਗਾ ਵਾਤਾਵਰਨ ਜੀ। ਤਾਂ ਇਸ ਦਾ ਆਨਸਰ ਹੈ ਜੀ ਬਿਲਕੁਲ ਸਹੀ ਜਿਹੜਾ ਹੈ ਜੀ ਦੂਸਰਾ ਆਪਸ਼ਨ, ਸਨਅਤਾਂ ਵਿੱਚੋਂ ਨਿਕਲਦਾ ਧੂਆਂ। ਹਾਂਜੀ, ਜਿਹੜੇ ਸਟੂਡੈਂਟਸ CTET ਦੀ ਤਿਆਰੀ ਕਰਨਾ ਚਾਹੁੰਦੇ ਆ ਜੀ, ਉਹਨਾਂ ਲਈ ਇੱਕ ਬਹੁਤ ਹੀ ਵਿਸ਼ੇਸ਼ ਜਾਣਕਾਰੀ ਹੈ ਜੀ ਕਿ ਸਾਵਲ ਕਲਾਸਿਸ ਦੇ ਵਿੱਚ ਪਲੱਸ ਕੋਰਸ ਜਿਹੜਾ ਹੈ ਜੀ ਉਹ ਸ਼ੁਰੂ ਹੋਣ ਜਾ ਰਿਹਾ ਜੀ। ਪਲੱਸ ਜਿਹੜੇ ਕੋਰਸ ਹੈ ਉਹ ਆਨਲਾਈਨ ਪੇਡ ਗਰੁੱਪ ਦਾ ਨਾਮ ਦਿੱਤਾ ਗਿਆ ਜੀ, ਆਨਲਾਈਨ ਪੇਡ ਗਰੁੱਪ ਜੀ, ਠੀਕ ਹੈ, ਜਿਸ ਦਾ ਨਾਮ ਹੈ ਜੀ ਪਲੱਸ ਕੋਰਸ ਜੀ। ਤਾਂ ਅਗਰ ਤੁਸੀਂ EDT ਕੀਤੀ ਹੈ ਜੀ, ਫਸਟ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ, ਜਾਂ ਤੁਹਾਡਾ ਪੇਪਰ ਸੈਕੰਡ ਹੈ ਜੀ, SST ਕੰਬੀਨੇਸ਼ਨ ਹੈ ਜਾਂ ਮੈਥ ਸਾਇੰਸ ਕੰਬੀਨੇਸ਼ਨ ਹੈ ਜੀ, ਤਾਂ CTET ਦੇ ਦੋਨੋਂ ਪੇਪਰਾਂ ਦੀ, ਯਾਨੀ ਕਿ ਪੇਪਰ ਫਸਟ ਜਾਂ CTET ਪੇਪਰ ਸੈਕੰਡ ਦੀ ਤਿਆਰੀ ਜਿਹੜੀ ਹੈ ਸਾਵਲ ਕਲਾਸ ਦੇ ਵਿੱਚ ਅਲੱਗ-ਅਲੱਗ ਟੀਚਰਸ ਦੇ ਦੁਆਰਾ ਜੀ ਆਪਣੇ ਵਿਸ਼ੇ ਦੇ ਵਿੱਚ ਜੋ ਮਾਹਰ ਹਨ ਜੀ ਉਹਨਾਂ ਦੁਆਰਾ ਕਰਵਾਈ ਜਾਂਦੀ ਹੈ। ਤਾਂ CTET ਦੀ ਤਿਆਰੀ ਕਰਨੀ ਜੀ, ਇਹਨਾਂ ਨੰਬਰਾਂ ਦੇ ਉੱਪਰ ਤੁਸੀਂ ਜਲਦੀ ਤੋਂ ਜਲਦੀ ਆਪਣੀ ਸੀਟ ਜਿਹੜੀ ਹੈ ਜੀ ਉਹ ਇਨਰੋਲ ਕਰਵਾ ਸਕਦੇ ਹੋ, ਆਪਣਾ ਨੇਮ ਜਾਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਜਲਦੀ ਤੋਂ ਜਲਦੀ CTET ਦੀ ਤਿਆਰੀ ਘਰ ਬੈਠੇ ਹੀ ਲੋਕਡਾਊਨ ਦੇ ਵਿੱਚ ਸਮਾਂ ਅਤੇ ਸ਼ਕਤੀ ਨੂੰ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਜਿਹੜੀ ਕੰਜ਼ਿਊਮ ਕਰਦੇ ਹੋਏ ਤਿਆਰੀ ਜਿਹੜੀ ਸ਼ੁਰੂ ਕਰ ਸਕਦੇ ਹੋ। ਤਾਂ ਆਓ ਜੀ ਫਿਰ ਆਪਾਂ ਪੇਪਰ ਨੂੰ ਅੱਗੇ ਜਾਰੀ ਕਰਦੇ ਹਾਂ। ਜਿਵੇਂ ਕਿ ਆਪਣਾ ਪ੍ਰਸ਼ਨ ਹੈ ਜੀ 133 ਨੰਬਰ, ਥੋੜਾ ਜਿਹਾ ਮੈਂ ਜ਼ੂਮ ਕਰ ਦੇਵਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਨਹੀਂ ਹੈ ਜੀ? ਦੇਖੋ ਸਮਾਸੀ ਸ਼ਬਦ ਫੇਰ ਆ ਗਿਆ ਜੀ, ਬਹੁਤੀ ਵਾਰ, ਪਿੰਡਾਂ ਸ਼ਹਿਰਾਂ, ਗਲੀਆਂ ਸੜੀਆਂ, ਗੰਦਮੰਦ ਜੀ। ਤਾਂ ਇਸ ਦੇ ਵਿੱਚ ਜਿਹੜਾ ਨਹੀਂ ਹੈ ਜੀ ਉਹ ਆਪਾਂ ਪਹਿਚਾਨਣਾ ਹੈ। ਪਿੰਡਾਂ ਸ਼ਹਿਰਾਂ ਇਹ ਹੈ ਜੀ, ਗਲੀਆਂ ਸੜੀਆਂ ਇਹ ਵੀ ਸਹੀ ਹੈ, ਗੰਦਮੰਦ ਇਹ ਵੀ ਸਹੀ ਹੈ।
ਤਾਂ ਸ਼ਬਦ ਜਿਹੜਾ ਨਹੀਂ ਹੈ ਜੀ ਉਸ ਦੀ ਪਹਿਚਾਣ ਕਰਨੀ ਹੈ, ਉਹ ਹੈ ਜੀ ਆਪਸ਼ਨ ਨੰਬਰ ਫਸਟ ਇਸ ਦਾ ਬਿਲਕੁਲ ਸਹੀ ਉੱਤਰ ਜੀ। ਬਹੁਤੀ ਵਾਰ ਇਹ ਸਮਾਸੀ ਸ਼ਬਦ ਨਹੀਂ ਹੈ, ਇਸ ਦੇ ਵਿੱਚ ਚਿੰਨ੍ਹ ਨਹੀਂ ਆਏਗਾ ਜੀ, ਜਿਹੜਾ ਸਮਾਸੀ ਚਿੰਨ੍ਹ ਦਿੱਤਾ ਹੋਇਆ। ਪ੍ਰਸ਼ਨ ਨੰਬਰ 134 ਦੇ ਉੱਪਰ ਪੁੱਛਦੇ ਹਾਂ ਜੀ, ਹੇਠ ਲਿਖਿਆ ਵਿੱਚੋਂ ਕਿਹੜਾ ਪ੍ਰਦੂਸ਼ਣ ਫੈਲਣ ਦਾ ਕਾਰਨ ਨਹੀਂ ਹੈ ਜੀ। ਹਾਂਜੀ ਨਹੀਂ ਹੈ ਉਹ ਭਾਲਣਾ ਆਪਾਂ। ਮੱਖੀਆਂ ਮੱਛਰ ਇਹ ਗੱਲ ਕੀਤੀ ਗਈ ਸੀ, ਬਿਲਕੁਲ ਸਹੀ ਹੈ ਜੀ। ਗੰਦਾ ਵਾਤਾਵਰਨ ਜੀ, ਹਾਂਜੀ ਇਹ ਵੀ ਗੱਲ ਆਈ ਸੀ ਪੈਰਾ ਰਚਨਾ ਦੇ ਵਿੱਚ, ਆਪਾਂ ਨੂੰ ਯਾਦ ਵੀ ਹੈ। ਅਸ਼ੁੱਧ ਪਾਣੀ ਇਹ ਵੀ ਡਿਸਕਸ ਹੋਇਆ ਸੀਗਾ ਜੀ। ਸਾਫ ਸੁਥਰਾ ਵਾਤਾਵਰਨ ਜੀ, ਇਹ ਜਿਹੜਾ ਹੈ ਪ੍ਰਦੂਸ਼ਣ ਫੈਲਣ ਦਾ ਕਾਰਨ ਨਹੀਂ ਹੈ। ਤਾਂ ਇਸ ਦਾ ਪ੍ਰਸ਼ਨ ਦਾ ਆਂਸਰ ਕੀ ਲਗਾਵਾਂਗੇ ਫਿਰ ਆਪਾਂ, ਫੋਰਥ ਆਪਸ਼ਨ ਬਿਲਕੁਲ ਸਹੀ ਆਂਸਰ ਜੀ ਇਸ ਦਾ। ਪ੍ਰਸ਼ਨ ਨੰਬਰ 135 ਦੇਖੋ, ਭਾਰਤ ਦਾ ਵਿਅਕਤੀ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਆਇਆ ਲੱਗਦਾ ਹੈ ਜੀ। ਹਾਂਜੀ ਬਿਲਕੁਲ ਪੈਰਾ ਰਚਨਾ ਦੇ ਬਿਲਕੁਲ ਆਖਰੀ ਸਤਰਾਂ ਦੇ ਵਿੱਚ ਗੱਲ ਕੀਤੀ ਸੀ। ਨਰਕ ਵਾਲੀ ਇੱਥੇ ਵਾਲੀ ਸ਼ਬਦ ਹੈ ਜੀ। ਸਾਫ ਸੁਥਰੀ, ਆਲੀਸ਼ਾਨ ਜਾਂ ਸਵੱਛਤਾ ਵਾਲੀ ਜੀ, ਤਾਂ ਬਿਲਕੁਲ ਇਸ ਦਾ ਸਹੀ ਆਂਸਰ ਆਏਗਾ ਜੀ ਫਸਟ ਆਪਸ਼ਨ ਜੀ, ਨਰਕ ਵਾਲੀ ਜਿਹੜੀ ਹੈ ਉਹਦੇ ਵਿੱਚ ਪਹਿਰਾ ਰਚਨਾ ਦੇ ਅਨੁਸਾਰ ਗੱਲ ਕੀਤੀ ਗਈ ਹੈ ਕਿ ਬਹੁਤ ਸਾਰਾ ਪ੍ਰਦੂਸ਼ਣ ਹੈ ਜੀ, ਲਗਾਤਾਰ ਚੱਲਦਾ ਰਹਿੰਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਮਨੁੱਖ ਨੂੰ ਲੱਗਦੀਆਂ ਜੀ, ਇਸੇ ਕਰਕੇ ਲੱਗਦਾ ਕਿ ਭਾਰਤ ਵਿੱਚ ਮਨੁੱਖ ਜਿਹੜੀ ਹੈ ਨਰਕ ਵਾਲੀ ਜ਼ਿੰਦਗੀ ਵਿੱਚ ਹੀ ਜਿਉਣ ਲਈ ਆਇਆ ਹੈ ਜੀ। ਪ੍ਰਸ਼ਨ ਨੰਬਰ ਆਪਾਂ ਅੱਗੇ ਕਰਦੇ ਹਾਂ ਜੀ 136 ਨੰਬਰ, ਜੋ ਕਿ ਪੈਡਾਗੋਗੀ ਨਾਲ ਸੰਬੰਧਿਤ ਹੈ ਜੀ। ਇੱਕ ਅਧਿਆਪਕ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਵਿਸ਼ੇ ਉੱਪਰ ਖੁੱਲ੍ਹ ਕੇ ਲਿਖਣ ਲਈ ਪ੍ਰੇਰਿਤ ਕਰ ਸਕਦਾ ਹੈ ਜੇਕਰ ਉਹ ਵਿਸ਼ਾ ਡੈਸ਼ ਨਾਲ ਸੰਬੰਧਿਤ ਹੋਵੇ। ਹਾਂਜੀ ਚੌਥੀ ਜਮਾਤ ਦੇ ਬੱਚੇ ਹੈ, ਪ੍ਰਾਇਮਰੀ ਪੱਧਰ ਦੇ ਬੱਚੇ ਹੈ, ਉਹਨਾਂ ਨੂੰ ਕੀ ਹੈ ਜੀ ਖੁੱਲ੍ਹ ਕੇ ਲਿਖਣ ਲਈ ਪ੍ਰੇਰਿਤ ਕਰ ਸਕਦਾ ਹੈ ਅਧਿਆਪਕ, ਜੇ ਉਸ ਵਿਸ਼ੇ ਕਿਸ ਨਾਲ ਸੰਬੰਧਿਤ ਹੋਣ ਜੀ। ਸਮਾਜਿਕ ਮੁੱਦੇ ਉੱਪਰ, ਰਾਸ਼ਟਰੀ ਏਕਤਾ, ਨਿੱਜੀ ਜ਼ਿੰਦਗੀ ਜਾਂ ਵਾਤਾਵਰਣ ਸੰਬੰਧੀ ਮਸਲੇ ਜੀ। ਹੁਣ ਚੌਥੀ ਜਮਾਤ ਦੇ ਬੱਚੇ ਹੈ ਜੀ, ਛੋਟੇ ਬੱਚੇ ਹੈ, ਉਹਨਾਂ ਦੀ ਸੋਚਣ ਸਮਝਣ ਦੀ ਯੋਗਤਾ ਜਿਹੜੀ ਹੈ ਉਹ ਵੀ ਘੱਟ ਹੈ। ਸਮਾਜਿਕ ਮੁੱਦਿਆਂ ਬਾਰੇ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਜੀ, ਰਾਸ਼ਟਰੀ ਏਕਤਾ ਦੇ ਬਾਰੇ ਵੀ ਨਹੀਂ ਪਤਾ, ਵਾਤਾਵਰਣ ਸੰਬੰਧੀ ਮਾਮਲੇ ਹਜੇ ਉਹ ਉਹਨਾਂ ਤੋਂ ਥੋੜ੍ਹੇ ਜਿਹੇ ਦੂਰ ਹੈ ਜੀ। ਤਾਂ ਉਹ ਨਿੱਜੀ ਜ਼ਿੰਦਗੀ ਵਿਸ਼ੇ ਦੇ ਉੱਪਰ ਕੀ ਹੈ ਜੀ, ਅਗਰ ਉਹ ਵਿਸ਼ਾ ਸੰਬੰਧਿਤ ਹੋਵੇਗਾ ਤਾਂ ਉਸ ਦੇ ਉੱਪਰ ਵੱਧ ਤੋਂ ਵੱਧ ਜਿਹੜੀਆਂ ਗੱਲਾਂ ਉਹ ਲਿਖ ਪਾਉਣਗੇ। ਜਾਂ ਆਪਾਂ ਗੱਲ ਕਰੀਏ ਕਿ ਲਿਖਣ ਦੀ ਜਿਹੜੀ ਅਭਿਵਿਅਕਤੀ ਹੈ ਉਹ ਉਹਨਾਂ ਦੇ ਨਿੱਜੀ ਮਾਮਲੇ ਦੇ ਬਾਰੇ ਵੱਧ ਤੋਂ ਵੱਧ ਜਿਹੜੀ ਆ ਲਿਖ ਪਾਉਣਗੇ। ਜਿਵੇਂ ਕਿ ਆਪਾਂ ਗੱਲ ਕਰੀਏ ਮੇਰਾ ਮਿੱਤਰ, ਠੀਕ ਹੈ, ਮੇਰਾ ਸਕੂਲ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ ਆਦਿ ਜੀ। ਤਾਂ ਇਹਨਾਂ ਟੌਪਿਕਸ ਦੇ ਉੱਪਰ, ਵਿਸ਼ਿਆਂ ਦੇ ਉੱਪਰ ਕੀ ਹੈ, ਬੱਚੇ ਨੂੰ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਪਤਾ ਹੁੰਦੀਆਂ ਜੀ, ਤਾਂ ਉਹ ਆਪਣੇ ਖੁੱਲ੍ਹੇ ਵਿਚਾਰ ਇਸ ਵਿਸ਼ਾ ਦੇ ਉੱਪਰ ਲਿਖ ਸਕਦੇ ਆ ਜੀ। ਯਾਨੀ ਕਿ ਆਪਾਂ ਗੱਲ ਕਰੀਏ ਪ੍ਰਸ਼ਨ ਨੰਬਰ 136 ਦਾ ਆਂਸਰ ਕੀ ਆਏਗਾ, ਤੀਸਰਾ, ਨਿੱਜੀ ਜ਼ਿੰਦਗੀ। ਪ੍ਰਸ਼ਨ 137 ਨੰਬਰ ਦੇਖਦੇ ਹਾਂ ਜੀ। ਹਾਂਜੀ ਇਸ ਤੋਂ ਪਹਿਲਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੀਟੈਟ ਦੇ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਪੈਡਾਗੋਗੀ ਦੇ ਸਿਰਫ 7 ਜਾਂ 8 ਟੌਪਿਕ ਹੀ ਦਿੱਤੇ ਹੋਏ ਆ ਜੀ, ਜੋ ਕਿ ਸੀਟੈਟ ਕਰੈਕ ਕਰਨ ਲਈ ਕਾਫੀ ਨਹੀਂ ਹੈ। ਤਾਂ ਸਾਵਲ ਕਲਾਸ ਦੇ ਵਿੱਚ ਸੀਟੈਟ ਦੀ ਜਿਵੇਂ ਪੰਜਾਬੀ ਦੀ ਜਿਹੜੀ ਕੋਚਿੰਗ ਹੈ ਜੀ, ਉਹ ਆਪਾਂ ਜਦੋਂ ਡਿਸਕਸ ਕਰਦੇ ਹਾਂ ਤਾਂ ਲਗਭਗ 19 ਜਾਂ 20 ਟੌਪਿਕ ਦੇ ਉੱਪਰ ਆਪਾਂ ਪੂਰੀ ਡਿਟੇਲ ਦੇ ਨਾਲ ਡਿਸਕਸ ਕਰਦੇ ਹਾਂ ਜੀ। ਤਾਂ ਸਟੂਡੈਂਟਸ ਨੂੰ ਇੱਕ ਚੰਗੇ ਲੈਵਲ ਦੇ ਉੱਪਰ ਤਿਆਰੀ ਹੋ ਜਾਂਦੀ ਹੈ। ਬਹੁਤ ਸਾਰੇ ਅਜਿਹੇ ਵਿਸ਼ੇ ਹੈ ਜੀ ਜਿਹੜੇ ਕਿ ਮੈਂਸ਼ਨ ਨਹੀਂ ਕੀਤੇ ਹੋਏ ਪਰ ਉਹਨਾਂ ਦੇ ਵਾਰ-ਵਾਰ ਕੁਐਸਚਨ ਆ ਜਾਂਦੇ ਆ। ਤਾਂ ਜਿਹੜੇ ਸਟੂਡੈਂਟਸ ਵਧੀਆ ਲੈਵਲ ਦੇ ਉੱਪਰ ਤਿਆਰੀ ਕਰਨਾ ਚਾਹੁੰਦੇ ਆ ਜੀ, ਜਾਂ ਉਸ ਸੀਟੈਟ ਦੇ ਵਿੱਚ ਇੱਕ ਚੰਗੇ ਲੈਵਲ ਦੇ ਉੱਪਰ ਅੰਕ ਪ੍ਰਾਪਤ ਕਰਨਾ ਚਾਹੁੰਦੇ ਆ, ਤਾਂ ਸਾਵਲ ਕਲਾਸ ਦੇ ਵਿੱਚ ਤੁਸੀਂ ਕੋਚਿੰਗ ਸ਼ੁਰੂ ਕਰ ਸਕਦੇ ਹੋ ਜੀ। ਪ੍ਰਸ਼ਨ ਨੰਬਰ 137 ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਗੈਰ ਰਸਮੀ ਢੰਗ ਨਾਲ ਭਾਸ਼ਾ ਦੀ ਸਿਖਲਾਈ ਵਿੱਚ ਸ਼ਾਮਿਲ ਹੈ। ਹਾਂਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਿਖਲਾਈ ਦੇ ਜਿਹੜੇ ਦੋ ਢੰਗ ਹੈ ਜੀ, ਇੱਕ ਰਸਮੀ ਤੇ ਇੱਕ ਗੈਰ ਰਸਮੀ ਜੀ। ਇਹਨਾਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਗੈਰ ਰਸਮੀ ਢੰਗ ਕਿਸੇ ਭਾਸ਼ਾ ਦੀ ਸਿਖਲਾਈ ਵਿੱਚ ਸ਼ਾਮਿਲ ਹੈ, ਕੀ ਚੀਜ਼ ਸ਼ਾਮਿਲ ਹੈ ਜੀ। ਤਾਂ ਜਿਵੇਂ ਕਿ ਆਪਾਂ ਦੇਖਦੇ ਹਾਂ ਜੀ, ਭਾਸ਼ਾ ਲੈਬ ਜਾਂ ਘਰੇਲੂ ਵਾਤਾਵਰਣ ਜਾਂ ਭਾਸ਼ਾ ਸਿਖਲਾਈ ਕੇਂਦਰ ਜਾਂ ਸਕੂਲ ਜੀ। ਤਾਂ ਗੈਰ ਰਸਮੀ ਢੰਗ ਦੇ ਵਿੱਚ ਜਿਵੇਂ ਕਿ ਆਏਗਾ ਜੀ ਫਸਟ ਆਪਸ਼ਨ ਜੀ, ਭਾਸ਼ਾ ਲੈਬ ਜੀ। ਠੀਕ ਹੈ, ਇਹ ਗੈਰ ਰਸਮੀ ਢੰਗ ਨਾਲ ਜਿਹੜੀ ਹੈ ਜੀ ਉਹ ਆਏਗਾ ਜੀ। ਗੈਰ ਰਸਮੀ ਢੰਗ, ਇੱਕ ਮਿੰਟ ਹਾਂਜੀ ਚੈੱਕ ਕਰਦੇ ਹਾਂ ਆਪਾਂ
ਹੇਠ ਲਿਖਿਆਂ ਵਿੱਚੋਂ ਕਿਹੜਾ ਗੈਰ ਰਸਮੀ ਢੰਗ ਨਾਲ ਭਾਸ਼ਾ ਦੀ ਸਿਖਲਾਈ ਵਿੱਚ ਸ਼ਾਮਿਲ ਹੈ ਜੀ? ਦੇਖੋ ਗੈਰ ਰਸਮੀ ਜਿਹੜਾ ਹੈ ਜੀ ਉਹ ਹੁੰਦਾ ਹੈ ਮਤਲਬ ਆਪਾਂ ਘਰ ਦੇ ਵਾਤਾਵਰਨ ਦੇ ਵਿੱਚੋਂ ਜਾਂ ਸਮਾਜ ਦੇ ਵਿੱਚੋਂ ਜਾਂ ਕਿਤੇ ਵੀ, ਠੀਕ ਹੈ। ਭਾਸ਼ਾ ਲੈਬ ਤਾਂ ਫਿਰ ਇੱਕ ਸਕੂਲ ਦਾ ਹੀ ਅੰਗ ਆ ਗਈ ਨਾ, ਤਾਂ ਇਸ ਦਾ ਫਿਰ ਜਿਹੜਾ ਸਹੀ ਆਂਸਰ ਆਏਗਾ ਜੀ ਆਪਣੇ ਕੋਲੇ ਦੂਸਰਾ ਆਪਸ਼ਨ ਆਏਗਾ ਜੀ, ਘरेलू वातावरण जी, ठीक है। गैर रस्मी आ गई है, ठीक। बाकी ਜਿਹੜੇ ਆ ਰਸਮੀ ਆ ਜੀ, ਭਾਸ਼ਾ ਲੈਬ ਜਿਹੜੀ ਆ ਰਸਮੀ ਭਾਸ਼ਾ ਆ ਗਈ, ਉਹਦੇ ਵਿੱਚ ਭਾਸ਼ਾ ਸਿਖਲਾਈ ਕੇਂਦਰ ਇਹ ਵੀ ਰਸਮੀ ਆ ਗਿਆ, ਸਕੂਲ ਵੀ ਜਿਹੜਾ ਹੈ ਇੱਕੋ ਹੀ ਕਨਸੈਪਟ ਦੇ ਵਿੱਚ ਆ ਗਿਆ ਜੀ, ਇਹ ਰਸਮੀ ਢੰਗ ਹੋ ਗਏ, ठीक है। प्रश्न नंबर 137 ਦਾ ਸਹੀ ਆਨਸਰ ਹੈ ਦੂਸਰਾ ਆਪਸ਼ਨ ਜੀ। ਪ੍ਰਸ਼ਨ ਨੰਬਰ ਆਪਾਂ 138 ਦੇਖਦੇ ਹਾਂ। ਵਿਦਿਆਰਥੀਆਂ ਨੂੰ ਪਹਿਲਾਂ ਤੋਂ ਪੜ੍ਹੀ ਹੋਈ ਕਹਾਣੀ ਨੂੰ ਦੁਬਾਰਾ ਸੁਣਾਉਣ ਲਈ ਕਹਿਣ ਨਾਲ ਅਧਿਆਪਕ ਦੇ ਕਿਹੜੇ ਅੰਕਲਨ ਵਿੱਚ ਮਦਦ ਹੋਵੇਗੀ? ਹਾਂਜੀ, ਜਿਹੜੀ ਕਹਾਣੀ ਪਹਿਲਾਂ ਸੁਣਾਈ ਹੋਈ ਹੈ ਜੀ ਉਹ ਦੁਬਾਰਾ ਸੁਣਾਉਣ ਲਈ ਕਿਹਾ ਜਾਵੇ ਤਾਂ ਕਿਹੜੀ ਗੱਲ ਦੇ ਉੱਪਰ ਜਿਹੜਾ ਹੈ ਉਹਦਾ ਫਾਇਦਾ ਹੋਏਗਾ ਅੰਕਲਨ ਦੇ ਵਿੱਚ? ਯਾਦਦਾਸ਼ਤ, ਗ੍ਰਹਿਣ ਸ਼ਕਤੀ, ਉਚਾਰਨ ਜਾਂ ਸ਼ਬਦ ਜੋੜ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ, ਗ੍ਰਹਿਣ ਸ਼ਕਤੀ। ਤਾਂ ਉਹ ਮਤਲਬ ਉਸ ਕਹਾਣੀ ਦੇ ਭਾਵਾਂ ਨੂੰ, ਵਿਚਾਰਾਂ ਨੂੰ, ਉਹਦੀ ਸ਼ੈਲੀ ਨੂੰ ਉਹ ਦੁਬਾਰਾ ਤਰੀਕੇ ਨਾਲ ਜਿਹੜਾ ਹੈ ਗ੍ਰਹਿਣ ਕਰ ਪਾਏਗਾ। ਗ੍ਰਹਿਣ ਮਤਲਬ ਸਿੱਖ ਪਾਏਗਾ ਜੀ, ਜਾਂ ਪ੍ਰਾਪਤ ਕਰ ਪਾਏਗਾ ਉਸਦੇ ਕੁਝ ਉਦੇਸ਼ਾਂ ਨੂੰ, ਠੀਕ ਹੈ। ਇਸ ਦਾ ਆਨਸਰ ਆਏਗਾ ਦੂਸਰਾ ਆਪਸ਼ਨ, ਗ੍ਰਹਿਣ ਸ਼ਕਤੀ। ਪ੍ਰਸ਼ਨ ਨੰਬਰ 139 ਦੇਖਦੇ ਹਾਂ। ਦੇਖੋ ਜੀ, ਸਾਈਕੋ ਦੇ ਕੁਝ ਕੁਐਸਚਨ ਜਿਹੜੇ ਆ ਉਹ ਪੰਜਾਬੀ ਪੈਡਾਗੋਗੀ ਦੇ ਵਿੱਚ ਵੀ ਆ ਜਾਂਦੇ ਆ, ਜਿਵੇਂ ਕਿ ਇੱਕ ਲਿਖਤ ਡਿਸਆਰਡਰ ਕੀ ਹੈ ਜੀ, ਇਹ ਸਾਈਕੋਲੋਜੀ ਦੇ ਟੌਪਿਕ ਜਿਵੇਂ ਕਿ ਲਰਨਿੰਗ ਡਿਸਐਬਿਲਿਟੀਜ਼ ਦੇ ਵਿੱਚੋਂ ਲਿਆ ਗਿਆ ਜੀ। ਇਸ ਦੇ ਵਿੱਚ ਜਿਵੇਂ ਕਿ ਸੀਟੈਟ ਦੇ ਵਿੱਚ ਵਾਰ-ਵਾਰ ਅਜਿਹੇ ਕੁਐਸਚਨ ਆ ਜਾਂਦੇ ਆ, ਤੇ ਆਓ ਆਪਾਂ ਇਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਏ। ਇੱਕ ਲਿਖਤ ਡਿਸਆਰਡਰ ਕੀ ਹੈ ਜੀ? ਡਿਸਲੈਕਸੀਆ, ਡਿਸਗ੍ਰਾਫੀਆ, ਡਿਸਕੈਲਕੁਲੀਆ ਜਾਂ ਡਿਸਫੋਰੀਆ। ਤਾਂ ਦੇਖੋ ਜੀ, ਲਿਖਤ ਦੇ ਨਾਲ ਸੰਬੰਧਿਤ ਹੈ ਤਾਂ ਉਸ ਨੂੰ ਆਪਾਂ ਕੀ ਕਵਾਂਗੇ ਜੀ? ਡਿਸਗ੍ਰਾਫੀਆ। ਮਤਲਬ ਕਿ ਇੱਕ ਬੱਚਾ ਗ੍ਰਾਫ ਬਣਾਉਣ ਦੇ ਵਿੱਚ ਜਾਂ ਲਿਖਣ ਦੇ ਵਿੱਚ ਜਿਹੜੀ ਹੈ ਜੀ ਉਹਦੇ ਵਿੱਚ ਉਸ ਨੂੰ ਦਿੱਕਤ ਆ ਸਕਦੀ ਹੈ। ਡਿਸਕੈਲਕੁਲੀਆ ਹੁੰਦਾ ਜੀ ਗਿਣਤੀ ਮਿਣਤੀ ਦੇ ਵਿੱਚ ਦਿੱਕਤ, ਠੀਕ ਹੈ। ਉਵੇਂ ਡਿਸਲੈਕਸੀਆ ਹੁੰਦਾ ਜਿਵੇਂ ਕਿ ਬੱਚਾ ਹਾਹਾ ਨੂੰ ਰਾਰਾ ਪੜ੍ਹ ਗਿਆ ਜਾਂ ਰਾਰਾ ਨੂੰ ਗੱਗਾ ਪੜ੍ਹ ਗਿਆ, ਇਸ ਤਰੀਕੇ ਦਾ ਭੁਲੇਖਾ ਪੈ ਜਾਂਦਾ ਜੀ ਉਸਨੂੰ, ਜਿਵੇਂ ਤੱਥਾ ਨੂੰ, ਠੀਕ ਹੈ, ਤੱਦਾ ਪੜ੍ਹ ਗਿਆ ਜੀ, ਇਸ ਤਰੀਕੇ ਨਾਲ। ਡਿਸਗ੍ਰਾਫੀਆ ਗ੍ਰਾਫ ਦੇ ਵਿੱਚ, ਜਿਵੇਂ ਕਿ ਲਿਖਤ ਦੇ ਵਿੱਚ ਉਸ ਨੂੰ ਦਿੱਕਤ ਆਉਂਦੀ ਹੈ ਜੀ। ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਪ੍ਰਸ਼ਨ ਨੰਬਰ 140 ਦੇ ਉੱਪਰ ਚੱਲਦੇ ਹਾਂ। ਪੜ੍ਹਨਾ ਸਿਰਫ ਲਿਖਤੀ ਪਾਠ ਦਾ ਉਚਾਰਨ ਹੀ ਨਹੀਂ ਬਲਕਿ ਇਸ ਦਾ ਹੋਰ ਵੀ ਮਹੱਤਵ ਹੈ। ਹਾਂਜੀ, ਪੜ੍ਹਨਾ ਕੀ ਹੈ ਜੀ? ਇੱਕ ਪੜ੍ਹਾਈ ਜਿਵੇਂ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਕੌਸ਼ਲ ਜਿਹੜੇ ਹੈ ਜੀ ਤੁਹਾਨੂੰ ਪਤਾ ਹੀ ਹੈ, ਭਾਸ਼ਾ ਦੇ 4 ਕੌਸ਼ਲ ਹੁੰਦੇ ਹੈ, ਉਹਨਾਂ ਦੇ ਵਿੱਚੋਂ ਇੱਕ ਕੌਸ਼ਲ ਹੈ ਪੜ੍ਹਨਾ ਜਾਂ ਪੜ੍ਹਾਈ। ਕੀ ਹੁੰਦਾ ਜੀ? ਮਾਹਰ ਵਕਤਾ ਬਣਨ ਲਈ, ਪਾਠ ਦੇ ਅਰਥਾਂ ਦੀ ਸੂਝ-ਬੂਝ ਲਈ, ਨਵੀਂ ਸ਼ਬਦਾਵਲੀ ਤੇ ਵਾਕ ਬਣਤਰ ਸਿੱਖਣ ਲਈ, ਜਾਂ ਨਵੇਂ ਸ਼ਬਦਾਂ ਦੇ ਉਚਾਰਨ ਦੀਆਂ ਮੁਸ਼ਕਲਾਂ ਤੇ ਕਾਬੂ ਪਾਉਣ ਲਈ। ਤਾਂ ਇਸ ਦਾ ਆਨਸਰ ਬਿਲਕੁਲ ਜਿਹੜਾ ਸਹੀ ਹੈ ਜੀ ਦੂਸਰਾ ਆਪਸ਼ਨ, ਪਾਠ ਦੇ ਅਰਥਾਂ ਦੀ ਸੂਝ-ਬੂਝ ਲਈ। ਜਦੋਂ ਬੱਚਾ ਪੜ੍ਹ ਰਿਹਾ ਜੀ ਲਿਖਤੀ ਹੋਈ ਸਮੱਗਰੀ ਨੂੰ, ਠੀਕ ਹੈ, ਉਹ ਬੋਲ ਵੀ ਰਿਹਾ ਅਤੇ ਨਾਲ ਦੇ ਨਾਲ ਕੀ ਹੈ ਜੀ ਉਹ ਪਾਠ ਦੇ ਅਰਥਾਂ ਨੂੰ ਜਿਹੜਾ ਸਮਝ ਵੀ ਰਿਹਾ ਜੀ। ਪੜ੍ਹਨ ਦੇ ਨਾਲ ਜ਼ਰੂਰੀ ਹੈ ਕਿ ਪੜ੍ਹੀ ਹੋਈ ਸਮੱਗਰੀ ਦੀ ਸਮਝ ਵੀ ਆਵੇ। ਹਾਂਜੀ, ਪ੍ਰਸ਼ਨ ਨੰਬਰ 141 ਦੇਖਦੇ ਹਾਂ। ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ ਵਿੱਚ ਪੜ੍ਹਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਕਿਉਂ ਕੀਤੀ ਜਾਂਦੀ ਹੈ? ਪ੍ਰਾਇਮਰੀ ਦੇ ਬੱਚੇ ਆ ਜੀ, ਮਾਂ ਬੋਲੀ ਦੇ ਵਿੱਚ ਕਿਉਂ ਉਹਨਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ? ਉਹਨਾਂ ਦੇ ਖੇਤਰੀ ਭਾਸ਼ਾ ਜਾਂ ਉਪਬੋਲੀ ਦਾ ਵਿਕਾਸ ਕਰਨ ਲਈ, ਕੁਦਰਤੀ ਮਾਹੌਲ ਪੈਦਾ ਕਰਨ ਲਈ, ਕਿਉਂਕਿ ਬੱਚੇ ਕੋਈ ਵੀ ਭਾਸ਼ਾ ਨਹੀਂ ਸਮਝ ਸਕਦੇ, ਉਹਨਾਂ ਵਿੱਚ ਸਿਰਜਣਾਤਮਕਤਾ ਪੈਦਾ ਕਰਨ ਲਈ। ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ। ਤਾਂ ਜਦੋਂ ਬੱਚਿਆਂ ਨੂੰ ਪ੍ਰਾਇਮਰੀ ਜਮਾਤਾਂ ਦੇ ਵਿੱਚ ਮਾਂ ਬੋਲੀ ਦੁਆਰਾ ਜਿਵੇਂ ਪੜ੍ਹਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਤਾਂ ਉਹ ਇਸੇ ਲਈ ਕੀਤੀ ਜਾਂਦੀ ਹੈ ਕਿ ਬੱਚੇ ਕੰਫਰਟੇਬਲ ਰਹਿਣ, ਕੁਦਰਤੀ ਮਾਹੌਲ ਪੈਦਾ ਕਰਨ ਲਈ, ਤਾਂ ਕਿ ਉਹ ਬੱਚੇ ਭਾਸ਼ਾ ਦੇ ਉੱਪਰ ਵੱਧ ਤੋਂ ਵੱਧ ਜਿਹੜੀ ਆ ਪਕੜ ਬਣਾ ਸਕਣ, ਜਾਂ ਆਪਣੇ ਭਾਸ਼ਾ ਨੂੰ ਕੀ ਹੈ ਇੱਕ ਵਿਵਹਾਰਿਕ ਰੂਪ ਦੇ ਵਿੱਚ ਉਸਦਾ ਠੀਕ ਢੰਗ ਨਾਲ ਪ੍ਰਯੋਗ ਕਰਨਾ ਸਿੱਖ ਲੈਣ ਜੀ। ਤਾਂ ਉਹਨਾਂ ਨੂੰ ਘਰ ਵਰਗਾ ਜਾਂ ਕੁਦਰਤੀ ਵਾਤਾਵਰਨ ਜਦੋਂ ਭਾਸ਼ਾ ਦੇ ਰੂਪ ਦੇ ਵਿੱਚ ਦਿੱਤਾ ਜਾਏਗਾ, ਤਾਂ ਭਾਸ਼ਾ ਦਾ ਕੌਸ਼ਲ ਜਿਹੜਾ ਹੈ ਬੱਚਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਵਿਕਸਿਤ ਹੋ ਪਾਏਗਾ ਜੀ। ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਜੀ, ਜਿਹੜਾ ਕਿ ਨੈਸ਼ਨਲ ਐਜੂਕੇਸ਼ਨ ਜਿਹੜੀ ਪਾਲਿਸੀ ਆਈ ਹੈ 2020 ਦੀ, ਉਹਦੇ ਵਿੱਚ ਵੀ ਕੀ ਹੈ ਜੀ ਪ੍ਰਾਇਮਰੀ ਪੱਧਰ ਤੱਕ ਮਾਤਰ ਭਾਸ਼ਾ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਇਹ ਸ਼ਾਇਦ ਆਪ ਸਭ ਨੂੰ ਪਤਾ ਹੀ ਹੋਏਗਾ, ਜਿਹੜੀ ਹੁਣ ਪਿਛਲੇ ਦਿਨਾਂ ਦੇ ਵਿੱਚ ਆਈ ਹੈ ਜੀ, ਇਸ ਹਫ਼ਤੇ ਦੇ ਵਿੱਚ ਹੀ। ਹਾਂਜੀ, ਪ੍ਰਸ਼ਨ ਨੰਬਰ 142 ਦੇਖਦੇ ਹਾਂ ਆਪਾਂ।
ਪਹਿਲੀ ਜਮਾਤ ਲਈ ਭਾਸ਼ਾ ਦੀ ਇੱਕ ਪਾਠ ਪੁਸਤਕ ਕਵਿਤਾਵਾਂ ਅਤੇ ਕਹਾਣੀਆਂ ਤੋਂ ਸ਼ੁਰੂ ਹੋ ਕੇ 35 ਤੱਕ ਪੁੱਜਦੀ ਹੈ। 35 ਮਤਲਬ ਵਰਣਮਾਲਾ ਤੱਕ। ਪੰਜਾਬੀ ਦੀ ਜਿਹੜੀ ਵਰਣਮਾਲਾ ਹੈ ਉਸ ਦਾ ਨਾਮ ਕੀ ਹੈ ਜੀ? 35। ਪਾਠ ਪੁਸਤਕ ਲਈ ਕਿਹੜੀ ਪਹੁੰਚ ਅਪਣਾਈ ਗਈ ਹੈ ਜੀ? ਹਾਂਜੀ, ਪਹਿਲੀ ਜਮਾਤ ਦੇ ਬੱਚਿਆਂ ਦੀ ਪਾਠ ਪੁਸਤਕ ਹੈ। ਪਹਿਲਾਂ ਉਹਦੇ ਵਿੱਚ ਕਵਿਤਾਵਾਂ ਤੇ ਕਹਾਣੀਆਂ ਹੈ, ਉਸ ਤੋਂ ਬਾਅਦ 35 ਅੱਖਰ ਤੱਕ ਪੁੱਜਦੀ ਹੈ ਜੀ। ਇਹਦੇ ਵਿੱਚ ਪੜ੍ਹਨ ਦੀ ਜਿਹੜੀ ਅਪਰੋਚ ਪੁੱਛੀ ਗਈ ਹੈ ਕਿਹੜੀ ਹੈ ਜੀ? ਹੇਠਾਂ ਤੋਂ ਉੱਪਰ ਵੱਲ ਦੀ ਪਹੁੰਚ, ਉੱਪਰ ਤੋਂ ਹੇਠਾਂ ਵੱਲ ਦੀ ਪਹੁੰਚ, ਅਨੁਸ਼ਾਸਨੀ ਪਹੁੰਚ ਜਾਂ ਪਾਠਕ੍ਰਮ ਦੇ ਢਾਂਚੇ ਦੀ ਪਹੁੰਚ ਜੀ। ਹਾਂਜੀ, ਇਸ ਦਾ ਆਨਸਰ ਆਏਗਾ ਜੀ ਉੱਪਰ ਤੋਂ ਹੇਠਾਂ ਦੀ ਪਹੁੰਚ। ਉੱਪਰ ਤੋਂ ਹੇਠਾਂ ਦੀ ਪਹੁੰਚ ਜੀ, ਜੋ ਕਿ ਬੱਚਿਆਂ ਦੇ ਮਾਨਸਿਕ ਪੱਧਰ ਦੇ ਅਨੁਸਾਰ ਇਹ ਹੁੰਦੀ ਹੈ। ਪ੍ਰਸ਼ਨ ਨੰਬਰ 143 ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ ਜੀ? ਪਹਿਲੀ ਭਾਸ਼ਾ ਵਿੱਚ ਬੱਚਾ ਅੰਗਰੇਜ਼ੀ ਬਿਲਕੁਲ ਨਹੀਂ ਜਾਣਦਾ। ਬੱਚੇ ਸਕੂਲ ਵਿੱਚ ਆਪਣੇ ਅਨੁਭਵ ਦੇ ਖਜ਼ਾਨੇ ਨਾਲ ਆਉਂਦੇ ਹਨ। ਜਦੋਂ ਬੱਚੇ ਸਕੂਲ ਆਉਂਦੇ ਹਨ ਤਾਂ ਉਹ ਇੱਕ ਕੋਰੀ ਸਲੇਟ ਵਾਂਗ ਹੁੰਦੇ ਹਨ। ਬੱਚਿਆਂ ਨੂੰ ਭਾਸ਼ਾ ਸ਼ਬਦਾਂ ਦੀ ਇੱਕ ਸੂਚੀ ਨੂੰ ਰਟਾ ਕੇ ਪੜ੍ਹਾਉਣੀ ਚਾਹੀਦੀ ਹੈ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ, ਬੱਚੇ ਸਕੂਲ ਵਿੱਚ ਆਪਣੇ ਅਨੁਭਵਾਂ ਦੇ ਖਜ਼ਾਨੇ ਲੈ ਕੇ ਆਉਂਦੇ ਹਨ। ਇੱਕ ਤਾਂ ਖਜ਼ਾਨੇ ਕਿਵੇਂ ਜੀ? ਇੱਕ ਤਾਂ ਮਾਂ ਬੋਲੀ ਦਾ ਖਜ਼ਾਨਾ, ਠੀਕ ਹੈ। ਦੂਸਰਾ ਉਸਦੇ ਵਿੱਚ ਸਵੈ ਵਿਸ਼ਵਾਸ ਹੁੰਦਾ ਹੈ, ਠੀਕ ਹੈ। ਤੇ ਮਾਂ ਬੋਲੀ ਦੇ ਵਿੱਚ ਉਸਦੀ ਸ਼ਬਦਾਵਲੀ ਵੀ ਕਾਫੀ ਸਿੱਖ ਚੁੱਕਿਆ ਹੁੰਦਾ ਜੀ, ਠੀਕ ਹੈ। ਤਾਂ ਇਹ ਕਾਫੀ ਕੁਝ ਉਹਨਾਂ ਨੂੰ ਗਿਆਨ ਜਿਹੜਾ ਹੈ ਮਾਂ ਬੋਲੀ ਦੇ ਵਿੱਚ ਜਿਹੜਾ ਹੈ ਵਿਸ਼ਵਾਸ ਹੁੰਦਾ, ਜਿਵੇਂ ਕਿ ਸਵੈ ਪ੍ਰਗਟਾਵਾ ਵੀ ਜੀ। ਸਵੈ ਪ੍ਰਗਟਾਵਾ ਮਤਲਬ ਆਪਣੇ ਬਾਰੇ ਉਹ ਵੱਧ ਤੋਂ ਵੱਧ ਗੱਲ ਜਾਂ ਵਿਚਾਰ ਪੇਸ਼ ਕਰ ਸਕਦਾ ਹੁੰਦਾ ਆਪਣੀ ਮਾਂ ਬੋਲੀ ਦੇ ਵਿੱਚ, ਠੀਕ ਹੈ। ਇਸ ਲਈ ਪ੍ਰਸ਼ਨ ਦਾ ਅਨੁਸਾਰ ਇਸ ਦਾ ਸਹੀ ਉੱਤਰ ਆਏਗਾ ਜੀ ਦੂਸਰਾ ਆਪਸ਼ਨ। ਪ੍ਰਸ਼ਨ ਨੰਬਰ 144 ਦੇਖਦੇ ਹਾਂ। ਇੱਕ ਬੱਚਾ ਆਪਣੀ ਪਹਿਲੀ ਭਾਸ਼ਾ ਕੁਦਰਤੀ ਸਿੱਖਦਾ ਹੈ ਜਾਂ ਨਹੀਂ ਸਿੱਖਦਾ? ਦੇਖਦੇ ਹਾਂ ਜੀ। ਸਿੱਖਦਾ ਹੈ, ਨਕਲ ਕਰਦਾ ਹੈ, ਗ੍ਰਹਿਣ ਕਰਦਾ ਹੈ ਜਾਂ ਦ੍ਰਿੜ ਕਰਦਾ ਹੈ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਗ੍ਰਹਿਣ ਕਰਦਾ ਜੀ। ਹੋਰ ਵੀ ਬਹੁਤ ਸਾਰੇ ਸ਼ਬਦ ਹੈ, ਜਿਵੇਂ ਕਿ ਗ੍ਰਹਿਣ ਕਰਦਾ ਹੈ ਜੀ ਜਾਂ ਪ੍ਰਾਪਤ ਕਰਦਾ ਹੈ, ਠੀਕ ਹੈ। ਇੱਕ ਸ਼ਬਦ ਹੈ ਜੀ ਅਰਜਨ ਕਰਦਾ ਹੈ, ਠੀਕ ਹੈ, ਜਾਂ ਅਰਜਿਤ ਕਰਦਾ ਹੈ। ਇੱਕ ਸ਼ਬਦ ਹੋਰ ਹੈ ਅਖਤਿਆਰ ਕਰਦਾ ਹੈ। ਤਾਂ ਇਹ ਕੋਈ ਵੀ ਸ਼ਬਦ ਆ ਸਕਦਾ ਹੈ। ਬੱਚੇ ਦੀ ਪਹਿਲੀ ਭਾਸ਼ਾ ਕੁਦਰਤੀ ਭਾਸ਼ਾ ਯਾਨੀ ਕਿ ਮਾਂ ਬੋਲੀ ਜਦੋਂ ਬੱਚਾ ਸਿੱਖਦਾ ਹੈ ਜੀ, ਤਾਂ ਉਹ ਸਿੱਖਣ ਦਾ ਜਿਹੜਾ ਪ੍ਰੋਸੈਸ ਹੈ, ਪ੍ਰਕਿਰਿਆ ਜੀ, ਉਸਨੂੰ ਕੀ ਕਹਿੰਦੇ ਆ ਜੀ? ਭਾਸ਼ਾ ਗ੍ਰਹਿਣ ਕਰਨਾ, ਭਾਸ਼ਾ ਪ੍ਰਾਪਤ ਕਰਦਾ ਹੈ, ਅਰਜਨ ਕਰਦਾ ਹੈ, ਅਰਜਿਤ ਕਰਦਾ ਹੈ ਜੀ, ਅਖਤਿਆਰ ਕਰਦਾ ਹੈ ਜੀ, ਠੀਕ ਹੈ। ਪਹਿਲੀ ਭਾਸ਼ਾ ਜਦੋਂ ਬੱਚਾ ਦੂਸਰੀ ਭਾਸ਼ਾ ਸਿੱਖਦਾ ਹੈ ਜੀ ਸਕੂਲ ਦੇ ਵਿੱਚੋਂ, ਚਲੋ ਆਪਾਂ ਫਿਰ ਡਿਸਕਸ ਕਰਾਂਗੇ ਇਸ ਦੇ ਨਾਲ ਸੰਬੰਧਿਤ ਇੱਕ ਅੱਗੇ ਪ੍ਰਸ਼ਨ ਵੀ ਆਏਗਾ, ਉਦੋਂ ਡਿਸਕਸ ਕਰ ਲਾਂਗੇ ਨੇ, ਤੁਹਾਨੂੰ ਫਿਰ ਆਨਸਰ ਪਤਾ ਲੱਗ ਜਾਂਦਾ ਪਹਿਲਾਂ ਹੀ। ਹਾਂਜੀ, ਪ੍ਰਸ਼ਨ ਨੰਬਰ 145 ਦੇਖਦੇ ਹਾਂ ਜੀ, ਜ਼ੂਮ ਕਰ ਲਈਏ ਪਹਿਲਾਂ ਆਪਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਗ੍ਰਹਿਣ ਕਰਨ ਦੇ ਨਾਲ ਕੌਸ਼ਲ ਦਾ ਹਿੱਸਾ ਹੈ ਜੀ? ਗ੍ਰਹਿਣ ਗੱਲ ਉਹੀ ਆ ਗਈ ਫਿਰ ਉੱਥੇ, ਠੀਕ ਹੈ। ਬੱਚਾ ਜਦੋਂ ਮਾਂ ਬੋਲੀ ਸਿੱਖ ਰਿਹਾ ਹੁੰਦਾ ਜੀ, ਤਾਂ ਬੱਚਾ ਪਹਿਲਾਂ ਹੀ ਦੋ ਜਿਹੜੇ ਹੈ ਜੀ ਕੌਸ਼ਲ ਸਿੱਖ ਲੈਂਦਾ ਜੀ। ਕਿਹੜੇ ਦਿਖਦੇ ਆ ਜੀ? ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਭਾਸ਼ਾ ਦੇ 4 ਕੌਸ਼ਲ ਹੁੰਦੇ ਆ, ਉਹਨਾਂ ਦੇ ਵਿੱਚੋਂ ਗ੍ਰਹਿਣ ਕਰਨ ਦੇ ਕੌਸ਼ਲ ਦਾ ਹਿੱਸਾ ਕਿਹੜਾ ਹੈ ਜੀ? ਸੁਣਨਾ ਤੇ ਬੋਲਣਾ। ਦੇਖਦੇ ਆ ਅੱਗੇ, ਸੁਣਨਾ ਤੇ ਪੜ੍ਹਨਾ, ਪੜ੍ਹਨਾ ਤੇ ਲਿਖਣਾ, ਪੜ੍ਹਨਾ ਤੇ ਬੋਲਣਾ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਫਸਟ ਆਪਸ਼ਨ ਜੀ, ਸੁਣਨਾ ਤੇ ਬੋਲਣਾ। ਇਹ ਕੁਐਸਚਨ ਜਿਹੜਾ ਜੀ ਕਈ ਵਾਰ ਰਿਪੀਟ ਹੋਇਆ ਪ੍ਰਸ਼ਨ ਸੀਟੈਟ ਦੇ ਵਿੱਚ। ਤਾਂ ਇਹ ਬੱਚਾ ਕੀ ਹੈ ਜੀ ਘਰ ਦੇ ਵਿੱਚੋਂ ਸਿੱਖ ਲੈਂਦਾ ਜੀ। ਘਰ ਦੇ ਵਿੱਚ ਜਿਵੇਂ ਕਿ ਭਾਸ਼ਾ ਨੂੰ ਗ੍ਰਹਿਣ ਕਰਨ ਸਮੇਂ, ਭਾਸ਼ਾ ਨੂੰ ਪ੍ਰਾਪਤ ਕਰਨ ਸਮੇਂ, ਭਾਸ਼ਾ ਨੂੰ ਅਰਜਿਤ ਕਰਨ ਸਮੇਂ, ਭਾਸ਼ਾ ਨੂੰ ਅਖਤਿਆਰ ਕਰਨ ਸਮੇਂ ਉਹੀ ਸ਼ਬਦ ਜਿਹੜੇ ਆਪਾਂ ਪਿਛਲੇ ਪ੍ਰਸ਼ਨ ਨੂੰ ਡਿਸਕਸ ਕਰਦੇ ਹੋਏ ਪੜ੍ਹੇ ਆ ਜੀ, ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਉਸ ਤੋਂ ਬਾਅਦ ਜਿਹੜਾ ਹੈ ਜੀ ਬੱਚਾ ਸਕੂਲ ਦੇ ਵਿੱਚੋਂ ਕਿਹੜੇ ਕੌਸ਼ਲ ਸਿੱਖਦਾ ਹੈ ਜੀ? ਕੌਸ਼ਲ ਪੜ੍ਹਨਾ ਤੇ ਲਿਖਣਾ। ਇੱਥੇ ਫਿਰ ਕੀ ਹੈ ਜੀ, ਬੱਚਾ ਸਕੂਲ ਦੇ ਵਿੱਚ ਆ ਕੇ ਸਿੱਖਦਾ ਹੈ ਜੀ। ਮਤਲਬ ਜਦੋਂ ਬੱਚਾ ਭਾਸ਼ਾ ਸਕੂਲ ਦੇ ਵਿੱਚ ਸਿੱਖਦਾ ਤਾਂ ਉਸਨੂੰ ਕੀ ਕਹਿੰਦੇ ਆ? ਭਾਸ਼ਾ ਸਿੱਖਣਾ, ਜਾਂ ਉਸਨੂੰ ਕਹਿੰਦੇ ਆ ਭਾਸ਼ਾ ਅਧਿਗਮ ਕਰਨਾ। ਅਧਿਗਮ ਕਰਨਾ, ਭਾਸ਼ਾ ਦਾ ਅਧਿਗਮ ਕਰਨਾ ਮਤਲਬ ਇੱਕ ਪਲਾਨਿੰਗ ਦੇ ਨਾਲ ਇੱਕ ਅਧਿਆਪਕ ਦੀ ਸਹਾਇਤਾ ਨਾਲ ਭਾਸ਼ਾ ਸਿੱਖਦਾ ਹੈ। ਤਾਂ ਸਕੂਲ ਦੇ ਵਿੱਚ ਜਦੋਂ ਬੱਚਾ ਆਉਂਦਾ ਜੀ, ਇਹ ਦੋ ਨਵੇਂ ਕੌਸ਼ਲ ਸਿੱਖਦਾ ਹੈ ਔਰ ਪਿਛਲੇ ਜਿਹੜੇ ਕੌਸ਼ਲ ਹੁੰਦੇ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕਰਕੇ
ਚਾਰੇ ਕੁਸ਼ਲਾਂ ਨੂੰ ਬਰਾਬਰ ਮਾਤਰਾ ਵਿੱਚ ਸਿੱਖਦਾ ਹੋਇਆ ਆਪਣੇ ਗਿਆਨ ਦੀ ਪ੍ਰਾਪਤੀ ਦੇ ਵੱਲ ਵਿਕਸਿਤ ਹੋਣ ਦੀ ਜਿਹੜੀ ਆ ਉਹ ਪ੍ਰਕਿਰਿਆ ਦੇ ਵਿੱਚ ਚੱਲ ਪਾਉਂਦਾ ਜੀ। ਪ੍ਰਸ਼ਨ ਨੰਬਰ 146 ਦੇਖਦੇ ਹਾਂ। ਇੱਕ ਅਧਿਆਪਕ ਵਿਸ਼ੇਸ਼ਣਾਂ ਦਾ ਵਿਖਿਆਨ ਕਰਦਾ ਹੋਇਆ ਵਿਦਿਆਰਥੀਆਂ ਨੂੰ ਉਹਨਾਂ ਦੀ ਘੱਟੋ ਘੱਟ 10 ਗੁਣ ਦੱਸਣ ਲਈ ਕਹਿੰਦਾ ਹੈ, ਫਿਰ ਉਸ ਦੀ ਪਰਿਭਾਸ਼ਾ ਦਿੰਦਾ ਹੈ ਜੀ। ਇਹ ਵਿਧੀ ਨੂੰ ਕੀ ਕਹਿੰਦੇ ਹਨ ਜੀ? ਬਿਲਕੁਲ ਜੀ, ਇਹ ਜਿਹੜੀ ਹੈ ਵਿਆਕਰਣ ਪੜ੍ਹਾਉਣ ਦੀ ਵੀ ਜਿਹੜੀ ਵਿਧੀ ਹੈ ਜੀ, ਤਾਂ ਇਸ ਦੇ ਵਿੱਚ ਦੇਖਦੇ ਹਾਂ ਆਪਾਂ ਕਿਹੜੀ ਹੋ ਸਕਦੀ ਹੈ ਜੀ। ਇੰਡਕਟਿਵ ਵਿਧੀ, ਠੀਕ ਹੈ, ਇੰਡਕਟਿਵ ਵਿਧੀ, ਡਿਡਕਟਿਵ ਵਿਧੀ ਜਾਂ ਕੁੱਲ ਸਿਰਕ ਪ੍ਰਤੀਕਿਰਿਆ ਵਿਧੀ, TPR ਵਿਧੀ ਜਾਂ ਇਮਰਸ਼ਨ ਵਿਧੀ ਜੀ। ਤਾਂ ਇਸ ਦਾ ਆਨਸਰ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ, ਪਹਿਲਾਂ ਬੱਚੇ ਨੂੰ ਵੱਧ ਤੋਂ ਵੱਧ ਉਸਦੇ ਗੁਣਾਂ ਦੇ ਬਾਰੇ ਦੱਸਿਆ ਜਾਂਦਾ ਜੀ, ਯਾਨੀ ਕਿ ਉਦਾਹਰਨ ਦੱਸੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਉਦਾਹਰਨ ਦੇ ਸਹਾਰੇ ਨਾਲ ਅਧਿਆਪਕ ਪਰਿਭਾਸ਼ਾ ਨੂੰ ਸਪਸ਼ਟ ਕਰਦਾ ਹੈ ਜੀ, ਠੀਕ ਹੈ, ਉਦਾਹਰਨ ਦੇ ਸਹਾਰੇ ਨਾਲ। ਤਾਂ ਇਸ ਦੇ ਵਿੱਚ ਵਿਧੀ ਕਿਹੜੀ ਹੈ ਜੀ? ਫਿਰ ਇੰਡਕਟਿਵ ਵਿਧੀ ਜੀ। ਵੈਸੇ ਤਾਂ ਇਹ ਇੰਗਲਿਸ਼ ਦਾ ਸ਼ਬਦ ਹੈ ਜੀ, ਤਾਂ ਸੀਟੈਟ ਦੇ ਵਿੱਚ ਉਵੇਂ ਤਰੀਕੇ ਨਾਲ ਆ ਜਾਂਦਾ ਸ਼ਬਦ। ਤਾਂ ਇਸ ਦਾ ਆਨਸਰ ਕੀ ਆਏਗਾ ਜੀ? ਇੰਡਕਟਿਵ ਦਾ ਮਤਲਬ ਇਸ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ? ਉਦਾਹਰਣ ਤੋਂ ਪਰਿਭਾਸ਼ਾ ਜੀ, ਉਦਾਹਰਣ ਤੋਂ ਪਰਿਭਾਸ਼ਾ, ਜਾਂ ਕਹਿ ਦਿੰਦੇ ਆ ਜੀ ਆਗਮਨ ਵਿਧੀ, ਆਗਮਨ ਵਿਧੀ। ਠੀਕ ਹੈ, ਹਾਂਜੀ। ਪ੍ਰਸ਼ਨ ਨੰਬਰ 147 ਦੇਖਦੇ ਹਾਂ। ਇਹ ਗੱਲਾਂ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ। ਕਿਹੜੀ ਭਾਸ਼ਾ ਅਧਿਆਪਕ ਦੀ ਸਹਾਇਤਾ ਨਾਲ ਇੱਕ ਰਸਮੀ ਤਰੀਕੇ ਨਾਲ ਸਿੱਖੀ ਜਾਂਦੀ ਹੈ? ਰਸਮੀ ਤਰੀਕੇ ਦੇ ਵਿੱਚ ਜਿਵੇਂ ਕੀ ਆ ਜਾਂਦੀ ਹੈ ਜੀ? ਜਿਵੇਂ ਅਧਿਆਪਕ ਦੀ ਸਹਾਇਤਾ ਨਾਲ ਕੁਝ ਕੌਸ਼ਲਾਂ ਦਾ ਗਿਆਨ ਅਧਿਆਪਕ ਆਪਣੀ ਯੋਗਤਾ ਦੇ ਅਨੁਸਾਰ, ਅਨੁਭਵ ਦੇ ਅਨੁਸਾਰ, ਕੁਝ ਵਿਧੀਆਂ ਦੇ ਅਨੁਸਾਰ, ਕੁਝ ਪ੍ਰਯੋਗਾਂ ਦੇ ਅਨੁਸਾਰ, ਠੀਕ ਹੈ, ਤੇ ਕੁਝ ਵਿਸ਼ੇਸ਼ ਤਰੀਕੇ ਜਾਂ ਵਿਧੀ, ਜਾਂ ਆਪਾਂ ਗੱਲ ਕਰੀਏ ਕੋਸ਼ਿਸ਼ਾਂ ਦੇ ਅਨੁਸਾਰ ਬੱਚਿਆਂ ਨੂੰ ਜਿਹੜਾ ਅਧਿਆਪਕ ਸਿਖਾਉਂਦਾ ਜੀ, ਤਾਂ ਉਸ ਨੂੰ ਫਿਰ ਆਪਾਂ ਕੀ ਕਹਿੰਦੇ ਹਾਂ? ਕਿਹੜੀ ਭਾਸ਼ਾ ਕਹਿੰਦੇ ਆ? ਦੂਜੀ ਭਾਸ਼ਾ। ਠੀਕ ਹੈ ਜੀ। ਪਹਿਲੀ ਭਾਸ਼ਾ ਜਿਵੇਂ ਕਿ ਆਪਾਂ ਪਤਾ ਹੀ ਹੈ ਜੀ, ਘਰ ਦੇ ਵਿੱਚ ਬੱਚਾ ਸਿੱਖ ਲੈਂਦਾ, ਉਸ ਨੂੰ ਮਾਂ ਬੋਲੀ ਨੂੰ ਪਹਿਲੀ ਭਾਸ਼ਾ ਕਿਹਾ ਜਾਂਦਾ ਜੀ, ਤੇ ਜਿਹੜਾ ਬੱਚਾ ਸਕੂਲ ਦੇ ਵਿੱਚ ਸਿੱਖਦਾ ਹੈ ਉਸ ਨੂੰ ਦੂਜੀ ਭਾਸ਼ਾ ਕਹਿੰਦੇ ਆ ਜੀ। ਵੈਸੇ ਤਾਂ ਇੱਥੇ ਮਾਂ ਬੋਲੀ ਵੀ ਆਪਸ਼ਨ ਦੇ ਵਿੱਚ ਆ ਚੁੱਕਿਆ ਹੈ। ਤਾਂ ਇਸ ਦਾ ਪ੍ਰਸ਼ਨ ਨੰਬਰ 147 ਦਾ ਜਿਹੜਾ ਸਹੀ ਆਨਸਰ ਹੈ ਜੀ, ਉਹ ਆਪਸ਼ਨ ਦੂਸਰਾ ਜੀ। ਪ੍ਰਸ਼ਨ ਨੰਬਰ 148 ਦੇਖਦੇ ਹਾਂ ਜੀ। ਤਾਂ ਪੈਡਾਗੋਗੀ ਜਿੰਨੀ ਵੱਧ ਜਿਹੜੀ ਡਿਸਕਸ ਕੀਤੀ ਆ, ਉਨੇ ਹੀ ਗੱਲਾਂ ਜਿਹੜੀ ਆ ਨੂੰ ਸਪਸ਼ਟ ਹੋ ਜਾਂਦੀ ਹੈ ਜੀ। ਇੱਕ ਅਧਿਆਪਕ ਸਿੱਖਿਆਰਥੀਆਂ ਨੂੰ ਨਵੇਂ ਸ਼ਬਦ ਸਿਖਾਉਣ ਲਈ ਅਸਲੀ ਕਿਰਿਆਵਾਂ ਦੀ ਵਰਤੋਂ ਕਰਦਾ ਹੈ। ਅਸਲੀ ਮਤਲਬ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ, ਕਿਉਂਕਿ ਅਸੀਂ ਕੇਵਲ ਕਿਰਿਆਵਾਂ ਰਾਹੀਂ ਹੀ ਨਵੀਂ ਸ਼ਬਦਾਵਲੀ ਸਿੱਖਦੇ ਹਾਂ। ਇਸ ਨਾਲ ਸ਼ਬਦਾਂ ਦੇ ਅੱਖਰ ਠੀਕ ਕਰਾਉਣ ਵਿੱਚ ਮਦਦ ਮਿਲਦੀ ਹੈ। ਇਹ ਸਿੱਖਿਆਰਥੀਆਂ ਨੂੰ ਅਸਲ ਜੀਵਨ ਦੀਆਂ ਕਿਰਿਆਵਾਂ ਨਾਲ ਸ਼ਬਦਾਂ ਨੂੰ ਸੰਬੰਧਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਹ ਆਪਣੀ ਭਾਸ਼ਾ ਵਿੱਚ ਬੋਲਦੇ ਹਨ ਜੀ। ਯੁਵਾ ਸਿੱਖਿਆਰਥੀ ਕਲਪਨਾ ਕਰਨ ਦੇ ਯੋਗ ਨਹੀਂ ਹੁੰਦੇ, ਇਸ ਲਈ ਠੋਸ ਕਿਰਿਆਵਾਂ ਬਿਹਤਰ ਸਿਖਲਾਈ ਵਿੱਚ ਸਹਾਇਤਾ ਹੁੰਦੀ ਹੈ। ਤਾਂ ਇਸ ਦਾ ਆਨਸਰ ਆਏਗਾ ਜੀ ਤੀਸਰਾ ਆਪਸ਼ਨ। ਇਹ ਸਿੱਖਿਆਰਥੀਆਂ ਨੂੰ ਅਸਲ ਜੀਵਨ ਦੀਆਂ ਕਿਰਿਆਵਾਂ ਨਾਲ ਸ਼ਬਦਾਂ ਨੂੰ ਸੰਬੰਧਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਆਪਣੀ ਭਾਸ਼ਾ ਵਿੱਚ ਬੋਲਦੇ ਹਨ ਜੀ। ਪ੍ਰਸ਼ਨ ਨੰਬਰ 149 ਦੇਖੋ। ਤਾਂ ਜਿਵੇਂ ਕਿ ਆਪਾਂ ਪ੍ਰਸ਼ਨ ਨੰਬਰ 148 ਦੇਖਿਆ ਹੀ ਹੈ ਕਿ ਬੱਚੇ ਨੂੰ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੋੜ ਕੇ ਕੋਈ ਵੀ ਭਾਸ਼ਾ ਜਾਂ ਸਿੱਖਿਆ ਦਿੱਤੀ ਜਾਂਦੀ ਹੈ, ਤਾਂ ਵਿਵਹਾਰਿਕ ਰੂਪ ਦੇ ਵਿੱਚ ਬੱਚਾ ਬਹੁਤ ਹੀ ਵਧੀਆ ਤਰੀਕੇ ਨਾਲ, ਲਗਨ ਨਾਲ ਉਹ ਭਾਸ਼ਾ ਜਾਂ ਉਹ ਸਿੱਖਿਆ ਜਿਹੜੀ ਹੈ ਸਿੱਖ ਲੈਂਦਾ ਜੀ। ਭਾਸ਼ਾ ਦੇ ਪਾਠਕ੍ਰਮ ਵਿੱਚ ਸਾਹਿਤ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਕਿਉਂਕਿ ਦੇਖੋ ਜੀ ਪਾਠਕ੍ਰਮ ਦਾ ਸ਼ਾਇਦ ਟੌਪਿਕ ਦੇ ਵਿੱਚ ਨਹੀਂ ਹੈ, ਪਰੰਤੂ ਫਿਰ ਵੀ ਇਹਦਾ ਪ੍ਰਸ਼ਨ ਆਇਆ ਹੋਇਆ ਜੀ। ਇਹ ਪ੍ਰਮਾਣਿਕ ਭਾਸ਼ਾ ਦੇ ਅਧਿਐਨ ਤੇ ਅਧਿਆਪਨ ਦਾ ਮਾਧਿਅਮ ਹੈ। ਇਹ ਸਿੱਖਿਆਰਥੀਆਂ ਨੂੰ ਆਲੋਚਨਾਤਮਕ ਬਣਨ ਦੇ ਯੋਗ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਵਿਦਿਆਰਥੀਆਂ ਤੋਂ ਪਾਠਕ੍ਰਮ ਦਾ ਬੋਝ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇਹ ਵਿਦਿਆਰਥੀਆਂ ਦੇ ਨਵੇਂ ਸ਼ਬਦਾਂ ਨੂੰ ਸਿੱਖਣ ਵਿੱਚ ਸਹਾਇਤਾ ਕਰਦਾ ਹੈ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਫਸਟ ਆਪਸ਼ਨ। ਸਾਹਿਤ ਦੀ ਜਿਹੜੀ ਚੀਜ਼ਾਂ ਸ਼ਾਮਿਲ ਹੁੰਦੀਆਂ, ਉਹ ਉਸ ਦਾ ਕਾਰਨ ਕੀ ਹੈ ਕਿ ਇਹ ਪ੍ਰਮਾਣਿਕ ਭਾਸ਼ਾ ਦੇ ਅਧਿਐਨ ਤੇ ਅਧਿਆਪਨ ਦਾ ਮਾਧਿਅਮ ਹੈ ਜੀ। ਠੀਕ ਹੈ, ਤਾਂ ਜਿਵੇਂ ਕਿ ਕਹਾਣੀ ਹੈ, ਨਾਟਕ ਹੈ, ਨਿਬੰਧ ਹੈ, ਸਾਹਿਤ ਦੇ ਬਹੁਤ ਸਾਰੇ ਇਸ ਦੇ ਵਿੱਚ ਅੰਗ ਹਨ।
ਤਾਂ ਬੱਚਿਆਂ ਨੂੰ ਇਹਨਾਂ ਦੇ ਸਹਾਰੇ ਨਾਲ ਹੀ ਵਿਆਕਰਨਿਕ ਰੂਪ ਦੇ ਵਿੱਚ ਜਿਹੜੀ ਸ਼ੁੱਧ ਅਤੇ ਸਪਸ਼ਟ ਭਾਸ਼ਾ ਹੈ, ਜਾਂ ਨੇ ਆਪਾਂ ਗੱਲ ਕਰੀਏ ਪ੍ਰਮਾਣਿਕ ਭਾਸ਼ਾ ਹੈ ਜਾਂ ਕੇਂਦਰੀ ਭਾਸ਼ਾ ਹੈ, ਪ੍ਰਮਾਣਿਕ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਹੈ, ਤਾਂ ਉਹਨਾਂ ਦੇ ਅਧਿਐਨ ਤੇ ਅਧਿਆਪਨ ਦਾ ਮਾਧਿਅਮ ਹੈ ਜੀ ਸਾਹਿਤ। ਠੀਕ ਹੈ। ਹਾਂਜੀ, ਪ੍ਰਸ਼ਨ ਨੰਬਰ 150 ਜੋ ਕਿ ਇਸ ਪੇਪਰ ਦਾ ਲਾਸਟ ਕੁਐਸਚਨ ਹੈ ਜੀ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੀਟੈਟ ਦੇ ਵਿੱਚ ਪੰਜਾਬੀ ਦੇ ਜਿਵੇਂ ਚਾਹੇ ਫਸਟ ਲੈਂਗੁਏਜ ਹੈ ਜੀ, ਚਾਹੇ ਸੈਕੰਡ ਲੈਂਗੁਏਜ ਹੈ, ਉਹ ਦੋਵਾਂ ਦੇ 30 ਕੁਐਸਚਨ ਹੀ ਆਨਸਰ ਪੇਪਰ ਦੇ ਵਿੱਚ ਆਉਂਦੇ ਆ ਜੀ, 30 ਕੁਐਸਚਨ। ਇੱਕ ਭਾਸ਼ਾ ਦੀ ਜਮਾਤ ਵਿੱਚ ਕਹਾਣੀ ਦਾ ਪਾਠ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਇਹ, ਹੁਣ ਗੱਲ ਕੀਤੀ ਗਈ ਹੈ ਕਹਾਣੀ ਦੀ, ਸਦਾਚਾਰ ਸਿਖਾਉਂਦਾ ਹੈ, ਮਨੋਰੰਜਨ ਦਾ ਇੱਕ ਚੰਗਾ ਸਾਧਨ ਹੈ, ਅਧਿਆਪਕ ਨੂੰ ਆਰਾਮ ਦੇਣ ਵਿੱਚ ਸਹਾਇਕ ਹੈ, ਭਾਸ਼ਾ ਨੂੰ ਇੱਕ ਸਮੁੱਚ ਵਿੱਚ ਪੇਸ਼ ਕਰਦਾ ਹੈ। ਤਾਂ ਇਸ ਦਾ ਆਨਸਰ ਆਏਗਾ 4th ਆਪਸ਼ਨ, ਭਾਸ਼ਾ ਨੂੰ ਇੱਕ ਸਮੁੱਚ ਵਿੱਚ ਪੇਸ਼ ਕਰਦਾ ਹੈ ਜੀ। ਠੀਕ ਜੀ ਸਾਥੀਓ, ਤਾਂ ਇਹ ਸੀ ਆਪਣਾ ਓਰੀਜਨਲ ਪੇਪਰ 2019 ਦਾ ਪੇਪਰ ਫਸਟ ਦਾ ਲੈਂਗੁਏਜ ਸੈਕੰਡ। ਅਗਰ ਤੁਸੀਂ, ਤੁਹਾਡਾ ਕੋਈ ਸਾਥੀ ਮਿੱਤਰ ਕਜ਼ਨ ਬੈਂਕ ਦੀ ਤਿਆਰੀ ਕਰਨਾ ਚਾਹੁੰਦੇ ਆ ਜੀ, ਐਸਐਸਸੀ ਦੀ, ਰੇਲਵੇ ਦੀ, ਪੋਸਟ ਆਫਿਸ ਦੀ, ਨੈਟ ਦੀ, ਪੀਐਸਟੈਟ ਦੀ, ਸੀਟੈਟ ਦੀ, ਜਾਂ ਪੰਜਾਬ ਗਵਰਨਮੈਂਟ ਦੀ, ਜਾਂ ਮਾਸਟਰ ਕੈਟ ਦੀ, ਕਿਸੇ ਵੀ ਸਬਜੈਕਟ ਦੀ, ਠੀਕ ਹੈ, ਤਾਂ ਸਾਵਲ ਕਲਾਸ ਦੇ ਵਿੱਚ ਕੀ ਹੈ ਜੀ, ਆਨਲਾਈਨ ਜਿਹੜੀ ਹੈ ਉਹ ਕੋਚਿੰਗ ਦਿੱਤੀ ਜਾਂਦੀ ਹੈ। ਜਲਦੀ ਤੋਂ ਜਲਦੀ ਕਿਸੇ ਵੀ ਪ੍ਰਕਾਰ ਦੀ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਸਾਵਲ ਕਲਾਸ ਦੇ ਵਿੱਚ ਤੁਸੀਂ ਇਹਨਾਂ ਕੰਟੈਕਟਸ ਨੰਬਰ ਦੇ ਉੱਪਰ ਜਿਹੜੀ ਹੈ ਜਾਣਕਾਰੀ ਹਾਸਲ ਕਰ ਸਕਦੇ ਹੋ ਜੀ। ਠੀਕ ਹੈ, ਆਪਣੀ ਕਿਸੇ ਤਰੀਕੇ ਦੀ ਵੀ ਜਿਹੜੀ ਹੈ ਜਾਣਕਾਰੀ ਹਾਸਲ ਕਰ ਸਕਦੇ ਹੋ। ਤਾਂ ਇਹ ਪੇਪਰ ਦੇ ਬਾਰੇ ਆਪਾਂ ਜੋ ਕੁਝ ਡਿਸਕਸ ਕੀਤਾ ਹੈ, ਅਗਰ ਇਹ ਲੈਕਚਰ ਜਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦੇਣਾ ਜੀ। ਜਿਹੜੇ ਸਾਥੀ ਨਵੇਂ ਹਨ ਤਾਂ ਸਾਵਲ ਕਲਾਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਗੇ ਅਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ। ਠੀਕ ਜੀ, ਮਿਲਦੇ ਆ ਫਿਰ ਕੱਲ ਆਪਾਂ ਇੱਕ ਹੋਰ ਨਵੇਂ ਪੇਪਰ ਦੇ ਨਾਲ ਜੀ, ਜੋ ਕਿ ਆਪਾਂ ਜਿਹੜਾ ਪ੍ਰੀਵੀਅਸ ਪੇਪਰ ਹੋ ਚੁੱਕਿਆ ਉਸ ਨੂੰ ਆਪਾਂ ਡਿਸਕਸ ਕਰਾਂਗੇ ਜੀ। ਠੀਕ ਜੀ, ਥੈਂਕ ਯੂ ਵੈਰੀ ਮਚ।